ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸੰਗਰੂਰ ਜਿਮਨੀ ਚੋਣ ਦੀ। ਸੰਗਰੂਰ ਜਿਮਨੀ ਚੋਣ ਜਿੱਥੇ ਕਿ ਅੱਜ ਵੋਟਿੰਗ ਪ੍ਰਤੀਸ਼ਤ ਬਹੁਤ ਹੀ ਘੱਟ ਆਇਆ ਹੈ। आखिर कारण की रहे ने की कारण वो रहे जिस दे कारण लोगों का उत्साह वोटिंग दे विच नहीं सी। उन्हां कारणों के उपर गलबात की जाएगी। नाल ही नाल गलबात करांगे भगवंत मान दी सीएम भगवंत सिंह मान दी उस मंग दी जिस मंग तो बाद विवादां दे विच ने मंग तो बाद विरोधी पार्टियां ने घेरना शुरू किया है। किहड़ी वो मंग सी जिहड़ी अज चोणां दे दिन भगवंत मान दे वल्लों कीती गई ते किस दे पक्ष दे लई कीती गई सी। इस बारे गलबात करांगे ते नाल ही नाल गलबात करांगे हुण एक वड्डे घपले दी। जंगलात विभाग तो बाद खेतीबाड़ी विभाग दे विच एक वड्डा घपला सामने आया है। इस घपले दे विच कौन कौन शामिल सी, किन्हां दे उपर गाज डिगेगी ते आखिर पूरा घपला है की सी ते किन्ने करोड़ दा घपला सी। इस बारे विस्तार दे नाल जानकारी दी जाएगी ते गलबात करने लई मेरे नाल जुड़े हुए ने प्रोफैसर मनजीत सिंह अणखी जी। सब तो पहला स्वागत करते हैं अणखी जी, स्वागत है प्राइम मुद्दा दे विच। बहुत बहुत शुक्रिया लखविंदर जी। सो अणखी जी, शुरुआत आपां अज दे प्राइम मुद्दे दे नाल ही करांगे जिहड़ा अज दा सब तो वड्डा इशू सब तो वड्डा मुद्दा है जी जिमनी चोण नूं लैके। जिमनी चोण जदों कि सिर्फ 3 महीने सरकार नूं होंद विच आए हुए सी आम आदमी पार्टी नूं जिमनी चोण दा सामना करना पिया है। लेकिन जिमनी चोण दे विच जिस तरह का उत्साह लोगों का पहलां विधान सभा चोणां सी, लोगों का उत्साह अज वोटिंग के लिए बिल्कुल भी नहीं सी। जेकर गल करिए बहुत ही घट अज वोटिंग हुई है। सरकार कित्थे फेल हुई है, क्यों लोगों नूं अज वोटिंग के लिए उत्साहित नहीं कर सकी, ਇਹ ਕੀ ਕਾਰਨ ਨੇ ਜੀ ਵੀ ਅੱਜ ਲੋਕ ਜਿਹੜੇ 3 ਮਹੀਨੇ ਪਹਿਲਾਂ ਝੰਡੇ ਚੁੱਕੀ ਫਿਰਦੇ ਸੀ, ਸਰਕਾਰ ਦੇ ਪੱਖ ਦੀ ਗੱਲ ਕਰਦੇ ਸੀ, ਬੜਾ ਉਤਸ਼ਾਹ ਸੀ, ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਾਰਨ ਅੱਜ ਇਹ VOTING ਘੱਟ ਹੋਈ ਹੈ? ਕਿਹੜੇ ਕਾਰਨ ਤੁਹਾਨੂੰ ਲੱਗ ਰਹੇ ਨੇ ਜੀ? ਲਖਵਿੰਦਰ, ਇਸ ਤਰ੍ਹਾਂ ਆ ਕਿ ਜਿਹੜੀ VOTING ਆ ਉਹ ਸ਼ਾਮੀ 6 ਵਜੇ ਸਮਾਪਤ ਹੋ ਚੁੱਕੀ ਆ ਜੀ। ਪਰ ਇਸ ਦੇ ਬਾਵਜੂਦ ਜਿਹੜੇ ਬੰਦੇ ਉਸ ਪੋਲਿੰਗ ਦਾਇਰੇ ਦੇ ਵਿੱਚ ਹੋਣਗੇ ਭਾਵੇਂ ਰਾਤ ਦੇ 10 ਵਜੇ ਉਹ ਵੋਟਾਂ ਪਾਈਆਂ ਜਾਣਗੀਆਂ ਜਿਹੜੀਆਂ ਉਸ ਪ੍ਰਿੰਸਿਸ ਦੇ ਅੰਦਰ ਲੋਕ ਜਾਂ ਵੋਟਰ ਜਿਹੜੇ ਪਹੁੰਚੇ ਹੋਣਗੇ। ਤੇ ਜਿੱਥੇ ਅੱਜ VOTING ਦੀ ਜਿਹੜੀ ਪ੍ਰਕਿਰਿਆ ਜਾਂ ਅਨੁਪਾਤ ਜਿਹੜਾ ਆ ਉਹ ਤੁਸੀਂ 36 ਤੋਂ 40 ਤੱਕ ਜਿਹੜੀ ਉਹ ਹੋਈ ਆ। ਅਜੇ ਅਨੁਮਾਨਿਤ ਚੋਣ ਕਮਿਸ਼ਨ ਵੱਲੋਂ ਅਜੇ ਇਹ ਨਹੀਂ ਦੱਸਿਆ ਗਿਆ ਕਿ ਟੋਟਲ ਕਿੰਨੇ % ਜਿਹੜੀ ਪੋਲਿੰਗ ਜਿਹੜੀ ਹੋਈ ਹੈ, ਉਹ ਅਜੇ ਬਾਅਦ ਚ ਡਾਟਾ ਆਏਗਾ। ਪਰ ਜਿਸ ਤਰੀਕੇ ਨਾਲ ਪੋਲਿੰਗ ਜਿਹੜੀ ਅੱਜ ਅਸੀਂ ਕਹਿ ਸਕਦੇ ਉਹਦੀ ਰਫ਼ਤਾਰ ਬੜੀ ਘੱਟ ਰਹੀ। ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਵੀ ਉਸ ਅਨੁਪਾਤ ਦੀ ਉਸ ਰਫ਼ਤਾਰ ਦਾ ਅਨੁਪਾਤ ਦੱਸਣ ਦੇ ਵਿੱਚ ਵੀ ਦੇਰੀ ਜਿਹੜੀ ਆ ਕੀਤੀ ਜਾਂਦੀ ਰਹੀ ਆ। ਇਸ ਗੱਲ ਨੂੰ ਤੁਸੀਂ ਧਿਆਨ 'ਚ ਰੱਖੋ ਕਿ ਚੋਣ ਕਮਿਸ਼ਨ ਦਾ ਵੀ ਜਿਹੜਾ ਇਹਦੇ ਪ੍ਰਤੀ ਇਸ ਜਿਮਨੀ ਚੋਣ ਦੇ ਪ੍ਰਤੀ ਉਨੀ ਦਿਲਚਸਪੀ ਨਹੀਂ ਵਿਖਾਈ ਗਈ ਜਿਸ ਤਰੀਕੇ ਦੀਆਂ ਆਮ ਚੋਣਾਂ ਦੇ ਵਿੱਚ ਹਰ ਅੱਧੇ ਘੰਟੇ ਬਾਅਦ ਉਹ ਜਿਹੜੀ ਅਨੁਪਾਤ ਜਿਹੜਾ ਦੱਸਿਆ ਜਾਂਦਾ, ਰਫ਼ਤਾਰ ਦੱਸੀ ਜਾਂਦੀ, ਕਿੰਨੇ % ਹੋਈ ਦੱਸੀ ਜਾਂਦੀ ਆ। ਇਹ ਵੀ ਚੋਣ ਕਮਿਸ਼ਨ ਵੱਲੋਂ ਇਹ ਵੀ ਇੱਕ ਕਮੀ ਜਿਹੜੀ ਖੜਕਦੀ ਰਹੀ ਆ। ਪ੍ਰਸ਼ਨ ਜਿਹੜਾ ਤੁਹਾਡਾ ਸੀ ਕਿ ਕਾਰਨ ਕੀ ਨੇ, ਇਹ ਕਾਰਨ ਜਿਹੜੇ ਨੇ ਸੁਖਵਿੰਦਰ ਆਪਣੇ ਲਖਵਿੰਦਰ ਸਭ ਤੋਂ ਵੱਡਾ ਕਾਰਨ ਤੇ ਜਿਹੜਾ ਇਹ ਹੈ ਕਿ ਜਦੋਂ ਇਹੋ ਜਿਹੀਆਂ ਜਿਮਨੀ ਚੋਣਾਂ ਹੁੰਦੀਆਂ ਨੇ ਖਾਸ ਤੌਰ ਤੇ ਲੋਕ ਸਭਾ ਦੀਆਂ, ਤਾਂ ਲੋਕ ਸਭਾ ਦਾ ਜਿਹੜਾ ਦਾਇਰਾ ਹੁੰਦਾ ਬਹੁਤ ਵੱਡਾ ਹੁੰਦਾ, ਤਾਂ ਲੋਕਾਂ ਦਾ ਜਿਹੜੀ ਦਿਲਚਸਪੀ ਜਿਹੜੀ ਹੁੰਦੀ ਆ ਉਹ ਉਨੀ ਜ਼ਿਆਦਾ ਇਹਨਾਂ ਚੋਣਾਂ ਦੇ ਵਿੱਚ ਖਾਸ ਤੌਰ ਤੇ ਇਹੋ ਜਿਹੀ ਚੋਣ ਜਿਹੜੀ ਜਿਮਨੀ ਚੋਣ ਹੋਵੇ ਤੇ ਹੋਵੇ ਵੀ ਲੋਕ ਸਭਾ ਦੀ, ਉਹਦੇ ਵਿੱਚ ਕੋਈ ਜ਼ਿਆਦਾ ਦਿਲਚਸਪੀ ਜਿਹੜੀ ਲੋਕਾਂ ਨਹੀਂ ਲੈਂਦੇ ਮੁਕਾਬਲਤਨ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਉਹ ਸਿੱਧੀਆਂ MLA ਦੀਆਂ ਚੋਣਾਂ ਹੋਈਆਂ ਨੇ, MLA ਨੇ ਲੋਕਾਂ ਨਾਲ ਜੁੜੇ ਹੁੰਦੇ ਨੇ। ਹੁਣ ਇਹ ਜਿਹੜੀਆਂ ਚੋਣਾਂ ਨੇ ਇਹਦੇ ਵਿੱਚ ਜਿਹੜਾ ਲੋਕ ਸਭਾ ਦਾ ਮੈਂਬਰ ਜਿਹੜਾ ਚੁਣਿਆ ਜਾਣਾ, ਸੋ ਲੋਕਾਂ ਦਾ ਇੱਕ ਵੈਸੇ ਹੀ ਇੰਟਰਸਟ ਜਿਹੜਾ ਉਹ ਘੱਟ ਜਾਂਦਾ ਕਿ ਚਲੋ ਠੀਕ ਆ ਜਿਸ ਤਰੀਕੇ ਨਾਲ ਵੋਟਾਂ ਜਿਹੜੀਆਂ ਉਹ ਪਾ ਦਾਂਗੇ, ਕੋਈ ਗੱਲ ਨਹੀਂ। 2 ਕਾਰਨ ਜਿਹੜੇ ਨੇ ਜਿਹੜੇ ਜਿਸ ਆਧਾਰ ਤੇ ਭਗਵੰਤ ਮਾਨ ਨੇ ਵੀ ਚੋਣ ਕਮਿਸ਼ਨ ਕੋਲ ਮੰਗ ਕੀਤੀ ਕਿ 1 ਘੰਟਾ ਜੀ ਤੁਸੀਂ ਹੋਰ ਦੇ ਦਿਓ, ਜਿਹਦੇ ਵਿੱਚ ਖੇਤਾਂ 'ਚ ਕੰਮ ਕਰਦੇ ਮਜ਼ਦੂਰ, ਝੋਨਾ ਲਾਉਣ ਵਾਲੇ ਜਿਹੜੇ ਲੋਕ ਨੇ ਕਿਰਤੀ ਮਜ਼ਦੂਰ, ਉਹ ਵੋਟ ਦਾ ਅਧਿਕਾਰ ਦੀ ਵਰਤੋਂ ਕਰ ਸਕਣ। ਦੂਜੇ ਪਾਸੇ ਗਰਮੀ ਦੀ ਵੀ ਗੱਲ ਜਿਹੜੀ ਹੈਗੀ ਆ। ਇਹ 3-4 ਆਸਪੈਕਟ ਜਿਹੜੇ ਨੇ ਇਹ ਵੀ ਇਹਦੇ ਵਿੱਚ ਇੱਕ ਮੁੱਖ ਮੁੱਦਾ ਅਸੀਂ ਕਹਿ ਸਕਦੇ ਰਹੇ ਨੇ ਕਿ ਜਿਸ ਕਰਕੇ ਲੋਕ ਘਰਾਂ 'ਚੋਂ ਘੱਟ ਨਿਕਲੇ ਕਿਉਂਕਿ ਲੋਕਾਂ ਦਾ ਇੰਟਰਸਟ ਜਿਹੜਾ ਉਹ ਨਹੀਂ ਹੁੰਦਾ। ਹੁਣ ਪ੍ਰਸ਼ਨ ਜਿਹੜਾ ਇਹ ਆ ਕਿ ਤੁਸੀਂ ਸ਼ਬਦ ਗੱਲ ਕੀਤੀ ਕਿ ਸਰਕਾਰ ਲੋਕਾਂ ਨੂੰ ਕਿਉਂ ਨਾ ਤਿਆਰ ਕਰ ਸਕੇ।
ਜੀ ਗੱਲ ਇੱਥੇ ਸਰਕਾਰ ਦੀ ਲਖਵਿੰਦਰ, ਗੱਲ ਇੱਥੇ ਸਰਕਾਰ ਦੀ ਨਹੀਂ ਆ। ਗੱਲ ਇੱਥੇ ਉਹਨਾਂ ਵਿਰੋਧੀ ਪਾਰਟੀਆਂ ਦੀ ਵੀ ਆ ਜਿਨ੍ਹਾਂ ਵਿਰੋਧੀ ਪਾਰਟੀਆਂ ਨੇ ਇਹ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਾ, ਉਹਨਾਂ ਨੂੰ ਇੱਕ ਚੈਲੰਜ ਦੇਣਾ ਆਮ ਆਦਮੀ ਪਾਰਟੀ ਨੂੰ, ਔਰ ਆਪਣੀ ਜਿੱਤ ਦਰਜ ਕਰਾ ਕੇ ਇੱਕ ਨਵੇਂ ਪਰ ਸਰ ਜਿਹੜੀ ਵੀ ਜਿਮਨੀ ਚੋਣ ਹੁੰਦੀ ਹੈ, ਲੇਕਿਨ ਉਹ ਤਾਂ ਮੇਨ ਸਰਕਾਰ ਦੇ ਲਈ ਜ਼ਿਆਦਾ ਚੁਣੌਤੀਪੂਰਨ ਹੁੰਦੀਆਂ ਨੇ, ਕਿਉਂਕਿ ਸਰਕਾਰ ਦੀ ਸ਼ਾਖ ਦਾ ਦੇ ਉੱਪਰ ਲੱਗੀ ਹੁੰਦੀ ਹੈ। ਤੇ ਇੱਥੇ ਵੀ ਆਪਾਂ ਜੇ ਕਹਿ ਸਕੀਏ ਕਿ ਆਮ ਆਦਮੀ ਪਾਰਟੀ ਦੀ ਸ਼ਾਖ ਦਾ ਦੇ ਉੱਪਰ ਸੀ, ਕਿਉਂਕਿ ਜੱਦੀ ਸੀਟ ਮੰਨੀ ਜਾ ਰਹੀ ਹੈ ਹੁਣ ਤਾਂ ਆਮ ਆਦਮੀ ਪਾਰਟੀ, ਕਿਉਂਕਿ 2 ਵਾਰ ਲਗਾਤਾਰ ਭਗਵੰਤ ਸਿੰਘ ਮਾਨ ਇੱਥੋਂ ਜੇਤੂ ਰਹੇ ਨੇ। ਗੱਲ 14 ਦੀ ਕਰੀਏ, ਗੱਲ 19 ਦੀ ਕਰੀਏ, ਸੋ ਉਹਨਾਂ ਦੀ ਸ਼ਾਖ ਜ਼ਿਆਦਾ ਦਾ ਤੇ ਲੱਗੀ ਹੋਈ ਸੀ ਤੇ ਰੂਲਿੰਗ ਪਾਰਟੀ ਵੀ ਉਹ ਹੈ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਡਬਲ ਪ੍ਰੈਸ਼ਰ ਨਹੀਂ ਸੀਗਾ ਸਰਕਾਰ ਦੇ ਉੱਪਰ ਲੋਕਾਂ ਨੂੰ ਪੋਲਿੰਗ ਬੂਥ ਤੱਕ ਲਿਆਉਣ ਦੇ ਲਈ। ਦੇਖੋ, ਜਦੋਂ ਕਿਸੇ ਵੀ ਇਲਾਕੇ 'ਚ ਜਾਂ ਕਿਤੇ ਵੀ ਚੋਣ ਹੁੰਦੀ ਹੈ, ਉੱਥੇ ਸਰਕਾਰ ਦੀ ਭੂਮਿਕਾ ਜਿਹੜੀ ਆ ਉਹ ਖਤਮ ਹੋ ਜਾਂਦੀ ਆ। ਉੱਥੇ ਚੋਣ ਕਮਿਸ਼ਨ ਦੀ ਜਿਹੜੀ ਭੂਮਿਕਾ ਆ ਉਹ ਨਿਰਧਾਰਤ ਹੁੰਦੀ ਆ। ਤੁਸੀਂ ਸਰਕਾਰ ਦੀ ਗੱਲ ਨਾ ਕਹਿ ਕੇ ਆਮ ਆਦਮੀ ਪਾਰਟੀ ਦੀ ਗੱਲ ਕਰੋਗੇ ਤਾਂ ਸ਼ਾਇਦ ਗੱਲ ਜ਼ਿਆਦਾ ਢੁਕਵੀਂ ਲੱਗੇਗੀ, ਠੋਸ ਲੱਗੇਗੀ। ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਕਿ ਦੇਖੋ, ਜੇਕਰ ਸਰਕਾਰ ਹੀ ਕਹਿ ਲਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਤਿਆਰ ਨਹੀਂ ਕਰ ਸਕੀ ਚੋਣਾਂ ਵਾਸਤੇ, ਜਾਂ ਲੋਕਾਂ ਨੂੰ ਘਰੋਂ ਤੋਂ ਬਾਹਰ ਨਹੀਂ ਕੱਢ ਸਕੀ, ਤਾਂ ਫਿਰ ਦੂਜੇ ਪਾਸੇ ਲਖਵਿੰਦਰ ਜੀ ਉਹ ਵਿਰੋਧੀ ਪਾਰਟੀਆਂ ਜਿਹੜੀਆਂ ਹਰ ਮੁੱਦੇ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਦੀਆਂ ਸਨ, ਉਹ ਵੀ ਪਾਰਟੀਆਂ ਜਿਹੜੀਆਂ ਨੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਆਪਣੇ ਸਮਰਥਕਾਂ ਨੂੰ ਘਰੋਂ ਬਾਹਰ ਨਹੀਂ ਕੱਢ ਸਕੀਆਂ। ਪ੍ਰਸ਼ਨ ਤਾਂ ਫਿਰ ਇਹ ਵੀ ਪੈਦਾ ਹੁੰਦਾ। ਤੇ ਅਜੇ ਆਮ ਆਦਮੀ ਪਾਰਟੀ ਦੀ ਸਥਿਤੀ ਜੋ ਮੈਂ ਸਮਝਦਾ 3 ਮਹੀਨਿਆਂ ਦੇ ਵਿੱਚ ਇੰਨੀ ਖਰਾਬ ਨਹੀਂ ਹੈਗੀ ਕਿ ਜਿਸ ਤਰੀਕੇ ਨਾਲ ਅਸੀਂ ਇਹ ਡਿਕਲੇਅਰ ਕਰ ਦਈਏ ਕਿ 3 ਮਹੀਨਿਆਂ ਦੇ ਵਿੱਚ ਹੀ ਲੋਕਾਂ ਦਾ ਜਿਹੜਾ ਮੋਹ ਆ ਉਹ ਭੰਗ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲੋਂ, ਤਾਂ ਜਿਸ ਕਰਕੇ ਲੋਕਾਂ ਨੇ ਵੋਟਿੰਗ ਜਿਹੜੀ ਆ ਉਹ ਘੱਟ ਕੀਤੀ ਆ। ਮੇਰੇ ਖਿਆਲ ਨਾਲ ਇਸ ਤਰ੍ਹਾਂ ਨਹੀਂ ਹੈਗਾ। ਇਸ ਤਰ੍ਹਾਂ ਹੋ ਸਕਦਾ ਲੋਕਾਂ ਨੇ ਇਹ ਜੋ ਗੱਲ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, 26 ਤਰੀਕ ਨੂੰ ਜਦੋਂ ਰਿਜ਼ਲਟ ਆਏਗਾ। ਪਰ ਜਿਹੜੀਆਂ ਸਥਿਤੀਆਂ ਨੇ ਤੁਹਾਡੀ, ਇਹ ਤੁਸੀਂ ਮੈਨੂੰ ਪੁੱਛਿਆ ਕਿ ਕਿਉਂ ਨਹੀਂ ਲੋਕ ਇਹਦੇ ਵਿੱਚ ਇੰਟਰਸਟ ਲਿਆ। ਲੋਕਾਂ ਦਾ ਇੱਕ ਇੰਟਰਸਟ ਇਹ ਵੀ ਆ ਕਿ ਲਖਵਿੰਦਰ ਜੀ, ਲੋਕਾਂ ਨੇ ਇਹ ਗੱਲ ਕਹੀ ਕਿ ਇੱਕ ਵਾਰੀ ਤਾਂ ਅਸੀਂ ਬਹੁਮਤ ਦੇ ਦਿੱਤਾ, ਠੋਕ ਕੇ ਦੇ ਦਿੱਤਾ ਇਹਨਾਂ ਨੂੰ, ਆਮ ਆਦਮੀ ਪਾਰਟੀ ਨੂੰ 92 ਦੇ ਦਿੱਤੀਆਂ। ਹੁਣ ਵੇਖੀ ਜਾਊਗੀ, ਜਿੱਤਦੀ ਆ, ਹਾਰਦੀ ਆ, ਸਾਨੂੰ ਕੋਈ ਮਤਲਬ ਨਹੀਂ। ਕਹਿਣ ਦਾ ਅਰਥ ਆ ਕਿ ਲੋਕ ਬਿਲਕੁਲ ਇਹਦੇ ਵਿੱਚ ਕੋਈ ਦੋ ਰਹਿਵਾ ਨਹੀਂ ਕਿ ਬੜੇ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਨਾਲ 3 ਮਹੀਨਿਆਂ ਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਆ। ਪਰ ਇਹਦੇ ਬਾਵਜੂਦ ਵੀ ਲਖਵਿੰਦਰ ਆਪਣੇ ਮਾਨ ਸਾਹਿਬ, ਅਜੇ ਸਥਿਤੀਆਂ ਉਹੋ ਜਿਹੀਆਂ ਨਹੀਂ ਹੈਗੀਆਂ ਕਿ ਇੱਕ ਐਂਟੀ ਐਮਰਜੈਂਸੀ ਦੀ ਜਿਹੜੀ ਵੋਟ ਆ, ਜਿਹੜੀ ਅਸੀਂ ਕਹਿ ਸਕਦੇ ਸਰਕਾਰ ਵਿਰੋਧੀ ਇੱਕ ਲਹਿਰ ਜਿਹੜੀ ਆ ਉਹ ਪੈਦਾ ਹੋ ਗਈ ਹੋਵੇ। ਅਜੇ ਇਦਾਂ ਦੀ ਗੱਲ ਜਿਹੜੀ ਦਿਖਾਈ ਨਹੀਂ ਦਿੰਦੀ। ਲੋਕਾਂ ਦਾ ਰੁਝਾਨ ਘਟਣ ਦਾ ਕਾਰਨ ਜਿਹੜਾ ਹੈ ਸਿਰਫ ਤੇ ਸਿਰਫ ਮੈਨੂੰ ਜੋ ਲੱਗਦਾ, ਇਹ ਲੱਗਦਾ ਕਿ ਲੋਕ ਕੋਈ ਵੀ ਪਾਰਟੀ ਜਿਹੜੀ ਹੈ, ਕਿਸੇ ਵੀ ਪਾਰਟੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਉਹ ਵੀ ਲੋਕਾਂ ਨੂੰ ਤਿਆਰ ਨਹੀਂ ਆਪਣੇ ਨਾਲ ਖੜ ਸਕੀਆਂ, ਕਿਉਂਕਿ ਕਿਸੇ ਨੇ ਵੀ ਕੋਈ ਵੀ ਮੁੱਦਾ ਇਹੋ ਜਿਹਾ ਨਹੀਂ ਲਿਆ ਜਿਹੜਾ ਮੁੱਦਾ ਸਿੱਧਾ ਲੋਕਾਂ ਦੇ ਨਾਲ ਸੰਬੰਧਿਤ ਹੋਵੇ। ਅਕਾਲੀ ਦਲ ਰੌਲਾ ਪਾਉਂਦਾ ਰਿਹਾ, ਬੰਦੀ ਸਿੰਘ। ਕਿਹੜੇ ਬੰਦੀ ਸਿੰਘ? ਕਿ ਇੱਕ ਬੰਦਾ ਜੇਕਰ ਜਿੱਤ ਕੇ ਜਾਂਦਾ, ਬੀਬੀ ਕਮਲਜੀਤ ਕੌਰ ਛੱਡ ਕੇ ਜਾਂਦੀ ਤੇ ਸਾਰੇ ਉਹ ਲੈ ਆਉਗੀ। ਕਾਂਗਰਸ ਜਿਹੜੀ ਸਿੱਧੂ ਮੂਸੇਵਾਲੇ ਨਾਲ ਤੇ ਵੋਟ ਪਾਉਣ ਦੀ ਮੰਗਦੀ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਜੇਕਰ ਇਨਸਾਫ ਦੇਣਾ, ਮਾਪੇ ਨੂੰ ਇਨਸਾਫ ਦੇਣਾ, ਤਾਂ ਕਾਂਗਰਸ ਨੂੰ ਵੋਟਾਂ ਪਾਓ। ਹੁਣ ਇਹ ਮੁੱਦਾ ਜਿਹੜਾ ਹੈ, ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਇਹ ਕਾਰਡ ਖੇਡਤਾ ਕਿ ਹਾਂ ਵੀ ਮੈਨੂੰ ਸਿਮਰਨਜੀਤ ਮਾਫ ਕਰਦਾ ਕਿ ਸਿੱਧੂ ਮੂਸੇਵਾਲਾ ਮੇਰੇ ਹੱਕ ਦੇ ਵਿੱਚ ਵਿਚਰਨਾ ਚਾਹੁੰਦਾ ਸੀ। ਸੋ ਇਹੋ ਜਿਹੇ ਜਿਹੜੇ ਮੁੱਦੇ ਨੇ, ਇਹ ਵੀ ਮੁੱਦੇ ਜਿਹੜੇ ਨੇ ਲੋਕਾਂ ਦੇ ਵਿੱਚ ਇੱਕ ਨਿਰਾਸ਼ਤਾ ਨੂੰ ਪੈਦਾ ਕੀਤਾ, ਜਿਹੜੇ ਨਾ ਤਾਂ ਇਹ ਵਿਰੋਧੀ ਧਿਰ ਹੀ ਆਪਣੇ ਸਮਰਥਕਾਂ ਨੂੰ ਬਾਹਰ ਕੱਢ ਸਕੇ ਤੇ ਨਾ ਹੀ ਆਮ ਆਦਮੀ ਪਾਰਟੀ, ਹਾਲਾਂਕਿ ਪੂਰਾ ਉਹਨਾਂ ਜ਼ੋਰ ਲਾਇਆ ਉੱਥੇ, ਪਰ ਜ਼ੋਰ ਲਾਉਣ ਦੇ ਬਾਵਜੂਦ ਵੀ ਜੇਕਰ 40% ਵੋਟ ਪੈਂਦੀ ਹੈ ਤਾਂ ਫਿਰ ਇਸ ਦਾ ਮਤਲਬ ਆ ਕਿ ਉਹਨਾਂ ਵੱਲੋਂ ਵੀ ਉਹ ਕੰਮ ਠੀਕ ਤਰੀਕੇ ਨਾਲ, ਆਮ ਆਦਮੀ ਪਾਰਟੀ ਦਾ ਵੀ ਵਲੰਟੀਅਰ ਜਿਹੜਾ ਉਹ ਫਿਰ ਘਰੋਂ ਬਾਹਰ ਨਹੀਂ ਨਿਕਲਿਆ। ਤੇ ਜੇ ਫਿਰ ਨਿਕਲਿਆ ਤੇ ਫਿਰ ਸ਼ਾਇਦ ਇਹੋ 40% ਹੋਵੇ ਜਿਹੜਾ ਵਲੰਟੀਅਰ ਨਿਕਲਿਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ, ਜਿਸ ਤਰ੍ਹਾਂ ਪਹਿਲਾਂ ਵਿਚਰਿਆ ਇਹ ਮੁੱਖ ਤਰੀਕੇ ਨਾਲ ਵਿਚਰਿਆ ਹੋਵੇ, ਤੇ ਜਿਹੜੀਆਂ ਦੂਜੀ ਰਵਾਇਤੀ ਪਾਰਟੀਆਂ ਦਾ ਜਿਹੜਾ ਵੋਟ ਬੈਂਕ ਆ ਉਹ ਬਾਹਰ ਹੀ ਨਾ ਨਿਕਲਿਆ ਹੋਵੇ। ਸੋ ਬੜੀਆਂ ਇਹੋ ਜਿਹੀਆਂ ਸਥਿਤੀਆਂ ਨੇ ਕਿ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਇਸ ਚੋਣ ਪ੍ਰਕਿਰਿਆ ਦੀ ਚਾਲ ਨੂੰ ਜਿਨ੍ਹਾਂ ਨੇ ਮੱਧਮ ਕੀਤਾ, ਲੋਕਾਂ ਦਾ ਇੰਟਰਸਟ ਜਿਹੜਾ ਨਹੀਂ ਰਿਹਾ। ਬਾਕੀ ਗਰਮੀ ਮੌਸਮ ਦੀ ਜਿਹੜੀ ਹੈਗੀ, ਕਿਹੜਾ ਬੰਦਾ ਜਾ ਕੇ ਗਰਮੀ ਦੀ ਲੱਗੂਗਾ ਜਾ ਕੇ ਲਾਈਨ 'ਚ ਲੰਬੀਆਂ ਕਤਾਰਾਂ 'ਚ। ਅੱਜ ਤਾਂ ਕੋਈ ਕਤਾਰ ਦੇਖਣ ਵਾਲੀ ਸੀ, ਜਿੱਥੇ ਵੀ ਦੇਖਦੇ ਸੀਗੇ ਤੇ ਆਪਣੇ ਵੀ ਮੀਡੀਆ ਘਰ ਵੀ ਪਹੁੰਚੇ ਹੋਏ ਸੀਗੇ, ਬੂਥ ਖਾਲੀ ਪਏ ਸੀਗੇ, ਕਿਤੇ ਵੀ ਕੋਈ ਲਾਈਨ ਸੁਬਹ ਜ਼ਰੂਰ ਸੀ ਅੱਧਾ ਪੌਣਾ ਘੰਟਾ, ਲੇਕਿਨ ਉਸ ਤੋਂ ਬਾਅਦ ਖਾਲੀ ਰਹੇ ਨੇ। ਤੇ ਦੂਸਰੇ ਪਾਸੇ ਜੇਕਰ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ, ਅੱਜ ਉਹ 2 ਵਾਰ ਅਪੀਲ ਕਰਦੇ ਨਜ਼ਰ ਆਏ ਨੇ। ਪਹਿਲੀ ਵਾਰ ਅਪੀਲ ਉਹਨਾਂ ਨੇ ਲੋਕਾਂ ਨੂੰ ਕੀਤੀ ਸੀ
ਕਿਉਂਕਿ ਜਿਸ ਤਰੀਕੇ ਨਾਲ VOTING ਹੋ ਰਹੀ ਸੀ, ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਭਾਈ ਆਓ ਤੇ VOTING ਕਰੋ, ਪੰਜਾਬ ਦੇ ਸੰਵਿਧਾਨ ਦੇ ਅਕੋਰਡਿੰਗ ਜੋ ਤੁਹਾਨੂੰ ਮਿਲਿਆ ਹੋਇਆ ਗਾ ਅਧਿਕਾਰ ਉਸ ਦੀ ਵਰਤੋਂ ਕਰੋ। ਬਾਬਾ ਸਾਹਿਬ ਦਾ ਵੀ ਨਾਮ ਉਹਨਾਂ ਨੇ ਲਿੱਤਾ ਆਪਣੀ ਪੋਸਟ ਦੇ ਵਿੱਚ। ਤੇ ਦੂਸਰਾ, ਸ਼ਾਮਾਂ ਪੈਣ ਤੋਂ ਪਹਿਲਾਂ VOTING ਖਤਮ ਹੋਣ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਵੀ ਉਹ ਅਪੀਲ ਕਰਦੇ ਨਜ਼ਰ ਆਏ ਵੀ 1 ਘੰਟੇ ਦਾ ਸਮਾਂ ਹੋਰ ਦਿੱਤਾ ਜਾਵੇ ਤਾਂ ਜੋ ਜਿਵੇਂ ਤੁਸੀਂ ਗੱਲ ਕੀਤੀ ਵੀ ਲੋਕ ਕੰਮਾਂ ਕਾਰਾਂ 'ਚ ਨੇ ਜਾਂ ਝੋਨੇ ਦਾ ਸੀਜ਼ਨ ਚੱਲ ਰਿਹਾ ਉੱਧਰ ਬਿਜ਼ੀ ਨੇ, ਉਹਨਾਂ ਨੂੰ ਵੀ VOTING ਕਰਨ ਦਾ ਮੌਕਾ ਮਿਲ ਸਕੇ। ਜਿਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਬੜੇ ਤਿੱਖੇ ਤੰਜ ਕੱਸੇ ਗਏ ਨੇ। ਕਿਵੇਂ ਦੇਖ ਰਹੇ ਹੋ ਉਹਨਾਂ 2 ਅਪੀਲਾਂ ਨੂੰ ਤੇ ਵਿਰੋਧੀਆਂ ਦੇ ਤੰਜ ਜਿਹੜੇ ਵੀ ਭਗਵੰਤ ਸਿੰਘ ਮਾਨ ਨੂੰ ਹਾਰਿਆ ਹੋਇਆ ਖਿਡਾਰੀ ਦੱਸਦੇ ਨਜ਼ਰ ਆ ਰਹੇ ਨੇ? ਉਹ ਕਹਿ ਰਹੇ ਨੇ ਵੀ ਆਪਣੀ ਚਮੜੀ ਬਚਾਉਣ ਦੇ ਲਈ ਇਸ ਤਰ੍ਹਾਂ ਦੀਆਂ ਅਪੀਲਾਂ ਕਰਦੇ ਨਜ਼ਰ ਆ ਰਹੇ ਨੇ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਦੇਖੋ, ਜਿਹੜੀਆਂ ਵਿਰੋਧੀ ਪਾਰਟੀਆਂ ਉਹਦੇ ਤੇ ਤੰਜ ਕੱਸ ਰਹੀਆਂ ਨੇ, ਉਹ ਤੰਜ ਦਾ ਪਤਾ ਤੇ ਜਿਹੜਾ ਉਹ 26 ਤਰੀਕ ਨੂੰ ਲੱਗੇਗਾ, ਜ਼ਰੂਰ ਲੱਗੇਗਾ। ਕਿਉਂਕਿ ਇਹਨਾਂ ਪਾਰਟੀਆਂ ਖਾਸ ਤੌਰ ਤੇ ਕਾਂਗਰਸ, ਅਕਾਲੀ ਔਰ ਦੂਜੇ ਪਾਸੇ ਭਾਜਪਾ ਨੂੰ ਆਪਣੀ ਸਥਿਤੀ ਦਾ ਜਿਹੜਾ ਉਹ ਪਤਾ ਲੱਗ ਚੁੱਕਾ ਕਿ ਉੱਥੇ ਉਹਨਾਂ ਦੇ ਨਾਲ ਉੱਥੇ ਵਾਪਰਦਾ ਕੀ ਹੈਗਾ। ਜੇਕਰ ਇੱਕ ਰਾਜ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ, ਆਪਣੇ ਰਾਜ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਘਰਾਂ ਚੋਂ ਨਿਕਲੋ, ਵੱਧ ਤੋਂ ਵੱਧ ਲੋਕ ਘਰਾਂ ਤੋਂ ਬਾਹਰ ਨਿਕਲਣ ਤੇ ਆਪਣੇ ਅਧਿਕਾਰ ਦੀ ਵਰਤੋਂ ਕਰਨ, ਮੇਰਾ ਨਹੀਂ ਖਿਆਲ ਕਿ ਇਹ ਜਿਹੜੀ ਅਪੀਲ ਹੈਗੀ ਆ ਇਹ ਇੱਕ ਉਸਦੀ ਕਮਜ਼ੋਰੀ ਨੂੰ ਦਰਸਾਉਂਦੀ ਹੈ, ਬਲਕਿ ਇਹ ਉਸਦੇ ਉਸ ਸੰਵਿਧਾਨਕ ਜ਼ਿੰਮੇਵਾਰੀ ਨੂੰ ਦਿਖਾਉਂਦੀ ਹੈ ਕਿ ਜੇ ਜਮਤਾਨ ਦੀ ਸਹੁੰ ਚੁੱਕੀ ਤੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਆਪਣੇ ਹੱਕ ਦੇ ਵਿੱਚ ਆਣ ਕੇ ਫਰਮਾ ਦਿਓ। ਹਾਂ, ਇਹ ਤੰਜ ਤਾਂ ਵੱਧਦਾ ਹੈ ਕਿ ਜੇ ਉਹ ਇੰਨੀ ਗੱਲ ਕਹਿ ਦਿੰਦਾ ਕਿ ਹਾਂਜੀ ਭਈ ਲੋਕੋ ਬਾਹਰ ਨਿਕਲੋ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਓ, ਇਹ ਗੱਲ ਉਸਨੇ ਨਹੀਂ ਕੀਤੀ ਜੀ। ਦੂਜੀ ਗੱਲ ਜਿਹੜੀ ਕਹਿ ਰਹੇ ਜੇ ਤੁਸੀਂ ਕਿ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਕਿ ਚੋਣ ਕਮਿਸ਼ਨ ਨੂੰ ਉਹਨਾਂ ਨੇ ਕੀਤਾ ਤੇ ਸ਼ਾਇਦ ਉਹ ਹਾਰਿਆ ਹੋਇਆ ਖਿਡਾਰੀ ਆ। ਜੇਕਰ ਇੱਕ ਰਾਜ ਦਾ ਮੁੱਖ ਮੰਤਰੀ ਜੇਕਰ ਚੋਣ ਕਮਿਸ਼ਨ ਨੂੰ ਇਹ ਅਪੀਲ ਕਰਦਾ ਕਿ 1 ਘੰਟਾ ਜਿਹੜਾ ਸਮਾਂ ਵਧਾ ਦਿੱਤਾ ਜਾਵੇ, ਤਾਂ ਉਹ ਲੋਕ ਜਿਹੜੇ ਆਪਣੇ ਅਧਿਕਾਰ ਦੀ ਵਰਤੋਂ ਅਜੇ ਤੱਕ ਜਿਨ੍ਹਾਂ ਨੇ ਨਹੀਂ ਕੀਤੀ, ਝੋਨੇ ਦਾ ਸੀਜ਼ਨ ਹੈ, 600-700 ਰੁਪਈਆ ਦਿਹਾੜੀ ਜਿਸ ਬੰਦੇ ਨੂੰ ਮਿਲਣੀ ਹੈ ਉਹ ਮੁਕਤ ਹੋ ਕੇ ਆਣ ਕੇ ਪਾ ਦੇਵੇ। ਤੇ ਮੇਰਾ ਨਹੀਂ ਖਿਆਲ ਕਿ ਇਹੋ ਜਿਹੀ ਗੱਲ ਨੂੰ ਜਿਹੜੀ ਆ ਅਸੀਂ ਉਸਦੀ ਇਸ ਚੀਜ਼ ਨਾਲ ਜੋੜ ਕੇ ਵੇਲੇ ਕਿ ਉਹ ਹਾਰਦਾ ਪਿਆ। ਕਿੰਨੇ ਕੁ ਲੋਕ ਜੇਕਰ ਸਵੇਰ ਦੇ ਸੋਚਣ ਵਾਲੀ ਗੱਲ ਆ ਕਿ ਜੇਕਰ 6 ਵਜੇ ਤੱਕ 40% VOTING ਹੁੰਦੀ ਆ ਤਾਂ ਉਹਦੇ ਵਿੱਚ ਵੀ ਭਗਵੰਤ ਮਾਨ ਦੀ ਸਰਕਾਰ ਜੇਕਰ ਨਹੀਂ ਜਿੱਤਦੀ ਤੇ 1 ਘੰਟਾ ਜੇਕਰ ਹੋਰ ਚੋਣ ਕਮਿਸ਼ਨ ਦੇ ਦੂਗਾ ਤਾਂ ਕੀ ਫਿਰ ਉਹ ਜਿੱਤ ਜਾਏਗੀ? ਇਹ ਜਿਹੜੀਆਂ ਪ੍ਰਸ਼ਨ ਮੁਚਨ ਨੇ ਇਹ ਉਹ ਤੰਜ ਨਹੀਂ ਜਾਂ ਉਹ ਵਿਅੰਗ ਨੇ ਜਿਹੜੇ ਵਿਰੋਧੀ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ। ਵਿਰੋਧੀ ਪਾਰਟੀ ਤਾਂ ਇਹ ਕਹਿੰਦੀ ਹੈ ਨਾ ਵੀ ਜਿਹੜਾ ਸ਼ਾਮ ਨੂੰ ਥੋੜਾ ਜਿਹਾ ਹਨੇਰਾ ਪੈ ਜਾਂਦਾ, ਹਨੇਰੇ ਦਾ ਫਾਇਦਾ ਉਠਾ ਕੇ ਵੀ ਇਹ VOTING ਗਲਤ ਤਰੀਕੇ ਨਾਲ ਕਰਵਾ ਸਕਦੇ। ਦੂਸਰੇ ਪਾਸੇ ਜੇਕਰ ਚੋਣ ਕਮਿਸ਼ਨ ਦੀ ਗੱਲ ਕਰੀਏ, ਉਹਨਾਂ ਵੱਲੋਂ ਵੀ DC ਨੂੰ ਇਸ ਮਾਮਲੇ ਦੇ ਵਿੱਚ ਦੱਸਣ ਵਾਸਤੇ ਕਿਹਾ ਗਿਆ ਕਿ ਜਵਾਬ ਤਲਬ ਕਰਿਆ ਗਿਆ ਗਾ। ਤੇ ਦੂਸਰੇ ਪਾਸੇ ਚੀਫ ਸੈਕਟਰੀ ਤੋਂ ਵੀ ਕਿ ਇਹ ਜੋ 1 ਘੰਟਾ ਮੰਗਿਆ ਗਿਆ ਸੀ ਕਿਸੇ ਖਾਸ ਵਰਗ ਨੂੰ ਫਾਇਦਾ ਪਹੁੰਚਾਉਣ ਦੇ ਲਈ ਤਾਂ ਨਹੀਂ ਮੰਗਿਆ ਗਿਆ ਸੀਗਾ। ਜੇਕਰ ਆਪਾਂ ਉਹਨਾਂ ਦੀ ਗੱਲ ਮੰਨੀਏ, ਵਿਰੋਧੀ ਪਾਰਟੀ ਚਲੋ ਉਹਨਾਂ ਦਾ ਕੰਮ ਹੁੰਦਾ ਵਿਰੋਧ ਕਰਨਾ, ਲੇਕਿਨ ਦੂਸਰੇ ਪਾਸੇ ਚੋਣ ਕਮਿਸ਼ਨ ਵੱਲੋਂ ਵੀ ਜਵਾਬ ਤਲਬੀ ਕੀਤੀ ਗਈ ਹੈ। ਕਿਵੇਂ ਦੇਖ ਰਹੇ ਹੋ ਫਿਰ ਇਸ ਪੂਰੇ ਮਾਮਲੇ ਨੂੰ? ਦੇਖੋ, ਜਿਹੜਾ ਚੋਣ ਕਮਿਸ਼ਨ ਨੇ ਜਵਾਬ ਤਲਬੀ ਕੀਤੀ ਹੈ, ਚੋਣ ਕਮਿਸ਼ਨ ਨੂੰ ਜੇਕਰ ਕਿਸੇ ਰਾਜ ਦਾ ਮੁੱਖ ਮੰਤਰੀ ਅਪੀਲ ਕਰਦਾ ਤਾਂ ਉਸ ਸੰਸਥਾ ਜਾਂ ਉਸ ਜਿੱਥੇ ਚੋਣ ਹੋ ਰਹੀ ਆ ਉੱਥੇ ਜਿਹੜਾ ਜ਼ਿਲ੍ਹੇ ਦਾ DC ਆ ਉਹ ਬਤੌਰ ਰਿਟਰਨਿੰਗ ਅਫਸਰ ਆ, ਟੋਟਲ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਟਾਈਮ ਉੱਥੇ ਦੌੜਨਾ ਪੱਖ ਉਸਨੇ ਚੋਣ ਕਮਿਸ਼ਨ ਨੇ ਉਸ ਨੂੰ ਹੀ ਪੁੱਛਣਾ ਕਿ ਹਾਂ ਭਈ ਇਹ ਮੁੱਖ ਮੰਤਰੀ ਤੁਹਾਡੀ ਇਹ ਅਪੀਲ ਕਰ ਰਿਹਾ ਤਾਂ ਇਹਦੇ ਸੰਬੰਧੀ ਰਿਟਰਨਿੰਗ ਅਫਸਰ ਦਾ ਕੀ DC ਦੀ ਗੱਲ ਨਾ ਕਰੋ, ਉਸ ਵੇਲੇ ਉਹਦੀ ਜਿਹੜੀ ਭੂਮਿਕਾ ਆ ਬਤੌਰ ਰਿਟਰਨਿੰਗ ਅਫਸਰ ਦੀ ਹੈ ਤਾਂ ਰਿਟਰਨਿੰਗ ਅਫਸਰ ਨੂੰ ਜਿਹੜਾ ਪੁੱਛਣ ਦਾ ਅਧਿਕਾਰ ਆ ਉਹ ਚੋਣ ਕਮਿਸ਼ਨ ਰੱਖਦਾ। ਸੋ ਉਹਨਾਂ ਨੇ ਇਹ ਗੱਲ ਪੁੱਛ ਲਈ ਗਈ ਆ ਕਿ ਹਾਂ ਭਈ ਦੱਸੋ, ਹੁਣ ਇਹ ਨਿਰਭਰ ਕਰੇਗਾ ਚੋਣ ਕਮਿਸ਼ਨ ਰਿਟਰਨਿੰਗ ਅਫਸਰ ਦੇ ਉਸ ਹਲਕੇ ਦੇ ਕਿ ਉਹ ਕੀ ਰਿਪੋਰਟ ਕਰਦਾ, ਕੀ ਇਹ ਰਿਪੋਰਟ ਇਸ ਤੱਥ ਤੇ ਕੀਤੀ ਜਾਏਗੀ ਟਾਈਮ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਮੁੱਖ ਮੰਤਰੀ ਦੀ ਅਪੀਲ ਦਾ ਉੱਥੇ ਕੋਈ ਅਸਰ ਨਹੀਂ, ਮੁੱਖ ਮੰਤਰੀ ਦੀ ਮੰਗ ਦਾ ਕੋਈ ਅਸਰ ਨਹੀਂ ਚੋਣ ਕਮਿਸ਼ਨ ਤੇ। ਉਹਨੇ ਇੱਕ ਰਿਕੁਐਸਟ ਕੀਤੀ ਆ, ਮੰਨਣਾ ਨਾ ਮੰਨਣਾ ਰਿਟਰਨਿੰਗ ਅਫਸਰ ਦੀ ਅਪੀਲ ਤੇ ਮਾਫ ਕਰਨਾ ਉਹਦੇ ਪੱਖ ਤੇ ਹੈਗਾ ਤੇ ਠੀਕ ਆ। ਚੋਣ ਕਮਿਸ਼ਨ ਅਗਰ ਉਸ ਕੋਲ ਮੰਗ ਰਿਹਾ, ਜਾਣਕਾਰੀ ਮੰਗ ਰਿਹਾ ਤਾਂ ਜੇਕਰ ਉਹ ਜਾਣਕਾਰੀ ਨਹੀਂ ਵੀ ਦਿੱਤੀ, ਮੈਂ ਤਾਂ ਅੱਗੇ ਤੁਹਾਡਾ ਸਵਾਲ ਤੁਹਾਡਾ ਜਵਾਬ ਦੇ ਰਿਹਾ ਕਿ ਜੇਕਰ ਸਾਰਾ ਦਿਨ ਵੋਟਾਂ ਨਹੀਂ ਪਈਆਂ ਤਾਂ 1 ਘੰਟੇ ਦੇ ਵਿੱਚ ਉੱਥੇ ਹੁਣ ਬੂਥ ਕੈਪਚਰਿੰਗ ਥੋੜਾ ਹੋ ਸਕਦੀ ਹੈ। ਉੱਥੇ ਕੀ ਹੋ ਸਕਦਾ, ਕਿਉਂਕਿ ਜੇਕਰ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਨੇ ਤੇ ਬਾਕੀ ਰਵਾਇਤੀ ਪਾਰਟੀਆਂ ਦੇ ਬੰਦੇ ਵੀ ਉੱਥੇ ਬੈਠੇ ਨੇ। ਮੈਂ ਇੱਥੇ ਅਗਲੀ ਗੱਲ ਮੈਂ ਜਿਹੜੀ ਤੁਹਾਡੇ ਨਾਲ ਕਰਦਾ, ਮੇਰੀ ਗੱਲ ਨੂੰ ਕੱਟਿਓ ਨਾ ਜਰਾ, ਕਿ ਇਹ ਰਵਾਇਤੀ ਪਾਰਟੀਆਂ ਦਾ ਤੰਜ ਕੱਸ ਰਹੀਆਂ ਨੇ। ਕਿਹੜੀਆਂ ਕੱਸ ਰਹੀਆਂ? ਅਕਾਲੀ ਦਲ ਕੱਸ ਰਿਹਾ, ਕਾਂਗਰਸ ਕੱਸ ਰਹੀ ਹੈ, ਕਾਂਗਰਸ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਦੀ ਹੈ। ਪਰ ਇਹ ਸਾਰੇ ਐਪੀਸੋਡ 'ਚ ਕਿਤੇ ਵੀ ਸਿਮਰਜੀਤ ਸਿੰਘ ਮਾਨ ਨਹੀਂ ਬੋਲਦਾ ਪਿਆ, ਉਹਨੇ ਨਹੀਂ ਕਿਤੇ ਇਸ ਮੰਗ ਦੀ ਗੱਲ ਕੀਤੀ। ਕਿਉਂ ਨਹੀਂ ਕੀਤੀ? ਕਿਉਂਕਿ ਅਸਲ ਲੜਾਈ ਜਿਹੜੀ ਆ ਉੱਥੇ ਸਿਮਰਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਹੀ ਲੜਾਈ ਹੈਗੀ ਆ। ਬਾਕੀ ਪਾਰਟੀਆਂ ਨੂੰ ਪਤਾ ਕਿ ਉਹ ਇਸ ਰੇਸ ਦੇ ਵਿੱਚ ਬਹੁਤ ਪਿੱਛੇ ਨੇ। ਅੱਜ ਵੀ
ਮਲੇਰਕੋਟਲੇ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਰਿਕਾਰਡ ਤੋੜ ਜਿਹੜੀਆਂ ਵੋਟਾਂ ਜਿਹੜੀਆਂ ਉਹ ਪਈਆਂ ਨੇ। ਪੂਰਨ ਮਲੇਰਕੋਟਲਾ ਹਲਕਾ ਜਿਹੜਾ ਉਹਦੇ ਹੱਕ 'ਚ ਵਿਚਰਿਆ। ਕੁਝ ਥਾਵਾਂ ਤੇ ਆਮੋ ਸਾਹਮਣੇ ਜਿਹੜੀ ਫਸਵੀਂ ਟੱਕਰ ਜਿਹੜੀ ਆ ਮਾਨ ਦੀ ਔਰ ਗੁਰਮੇਲ ਘਰਾਚੋਂ ਦੀ ਜਿਹੜੀ ਰਹੀ ਆ ਬਹੁਤ ਥਾਵਾਂ ਦੇ ਉੱਤੇ, ਤੇ ਬਹੁਤ ਥਾਵਾਂ ਦੇ ਕੁਝ ਪਿੰਡ ਇਸ ਤਰ੍ਹਾਂ ਦੇ ਵੀ ਆ ਜਿੱਥੇ ਆਮ ਆਦਮੀ ਪਾਰਟੀ ਨੂੰ ਟੁੱਟ ਕੇ ਜਿਹੜੀਆਂ ਵੋਟਾਂ ਪਈਆਂ ਨੇ। ਸਾਰੀਆਂ ਸਥਿਤੀਆਂ ਗਲਤ, ਪਰ ਸਿਮਰਜੀਤ ਸਿੰਘ ਮਾਨ ਦਾ ਇਸ ਪ੍ਰਸੰਗ ਦੇ ਵਿੱਚ ਕੋਈ ਬਿਆਨ ਨਹੀਂ, ਕਿਉਂਕਿ ਜਿਸ ਤਰੀਕੇ ਦੀ ਬਿਆਨਬਾਜ਼ੀ ਸਿਮਰਜੀਤ ਸਿੰਘ ਮਾਨ ਕਰਨ ਵਾਸਤੇ ਪ੍ਰਸਿੱਧ ਨੇ ਉਹ ਚੁੱਪ ਕਿਉਂ? ਕਿਉਂਕਿ ਉਸਨੂੰ ਪਤਾ ਕਿ ਲੜਾਈ ਜਿਹੜੀ ਆ ਉਹਦੀ ਚੱਲਦੀ ਪਈ ਆ। ਬਾਕੀ ਜਿਹੜੀ ਬੁਖਲਾਹਟ ਆ ਕਾਂਗਰਸ ਪਾਰਟੀ ਜਿਸ ਤਰੀਕੇ ਦੀ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਬਾਤਾਂ ਕਰ ਰਹੀ, ਸੋਚ ਦੇਖੋ ਵਿਰੋਧੀ ਪਾਰਟੀਆਂ ਨੇ ਤੰਜ ਕੱਸਣਾ ਹੀ ਕੱਸਣਾ। ਬਾਕੀ ਸਿਮਰਜੀਤ ਸਿੰਘ ਮਾਨ ਇਸ ਜੰਗ ਦੇ ਇਸ ਲੜਾਈ ਦੇ ਵਿੱਚ ਜਿੱਤਦੇ ਆ ਜਾਂ ਹਾਰਦੇ ਆ ਇਹ ਇੱਕ ਅਲੱਗ ਵਿਸ਼ਾ, ਪਰ ਇਹ ਜਿਹੜੀ ਚੋਣ ਆ ਸਿਮਰਜੀਤ ਸਿੰਘ ਮਾਨ ਨੂੰ ਉਸ ਲੀਡਰ ਦੇ ਵਜੋਂ ਸਥਾਪਿਤ ਜ਼ਰੂਰ ਕਰ ਦੂਗੀ ਕਿ ਜਿਹੜਾ ਇੰਨੀ ਤੇਜ਼ੀ ਨਾਲ ਅੱਗੇ ਵਧਿਆ ਕਿ ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਨੂੰ ਉਸਨੇ ਪਿੱਛੇ ਛੱਡ ਦਿੱਤਾ। ਇਸ ਦਾ ਪ੍ਰਭਾਵ ਇਹ ਚੋਣਾਂ 'ਚ ਉਹ ਜਿੱਤਦੇ ਆ ਹਾਰਦੇ ਆ ਇਹਦੇ ਸੰਬੰਧੀ ਆਪਾਂ ਨੂੰ ਨਹੀਂ ਪਤਾ। ਇਹ 26 ਤਰੀਕ ਨੂੰ ਪਤਾ ਲੱਗਿਆ ਕਿ ਲੋਕ ਕਿਸ ਦੇ ਹੱਕ 'ਚ ਵਿਚਰੇ ਨੇ। ਪਰ ਹਾਂ, ਇਹਦੇ ਨਾਲ ਸਿਮਰਜੀਤ ਸਿੰਘ ਮਾਨ ਜੇ ਹਾਰਦਾ ਵੀ ਆ ਤਾਂ ਇੱਕ ਅਜਿਹਾ ਲੀਡਰ ਉੱਠੇਗਾ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜ਼ਰੂਰ ਸੋਚਣਾ ਪਏਗਾ ਕਿ ਲੋਕ ਉਸ ਦੇ ਨਾਲ ਹਨ ਜਾਂ ਨਹੀਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਾਲਾ 23 ਸਾਲਾਂ ਬਾਅਦ ਜਦੋਂ 2024 ਦੀਆਂ ਚੋਣਾਂ ਹੋਣਗੀਆਂ ਤਾਂ ਤੁਸੀਂ ਦੇਖਿਓ ਕਿ ਉਸ ਦੀ ਭੂਮਿਕਾ ਕੀ ਬਣਦੀ ਆ, ਉਹ ਕਿਸ ਤਰੀਕੇ ਨਾਲ ਉੱਭਰਦਾ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਤਲਬ ਪਤਨ ਦਾ ਅਸੀਂ ਕਹਿ ਸਕਦੇ ਹਾਂ ਅਖੀਰਲੀ ਸਫਾ ਸ਼ਾਇਦ ਇਹਨਾਂ ਚੋਣਾਂ ਤੋਂ ਬਾਅਦ ਸ਼ੁਰੂ ਹੋਵੇ, ਜਿਹੋ ਜਿਹੇ ਹਾਲਾਤ ਜਿਹੜੇ ਬਣਦੇ ਪਏ ਆ। ਬਾਕੀ ਇਹ ਸਾਡਾ ਇੱਕ ਅਨੁਮਾਨ ਆ, ਕਿਉਂਕਿ ਵੋਟਰਾਂ ਦੇ ਦਿਲ ਦੀ ਕੁੰਡੀ ਅਸੀਂ ਨਹੀਂ ਸਮਝ ਸਕੇ, ਨਾ ਖੁਫੀਆ ਵਿਭਾਗ ਸਮਝ ਸਕਿਆ, ਨਾ ਪੁਲਿਸ ਸਮਝ ਸਕੀ, ਨਾ ਸਰਕਾਰ ਸਮਝ ਸਕੀ। ਤੇ ਤੁਹਾਡੀ ਵਾਲੀ ਗੱਲ ਕਿ ਜੇ ਸਰਕਾਰ ਕਹਿ ਰਹੀ ਹੈ ਲੋਕਾਂ ਨੂੰ, ਕਿਤੇ ਨਾ ਕਿਤੇ ਸਰਕਾਰ ਨੂੰ ਖਤਰਾ ਤਾਂ ਹੋਏਗਾ, ਆਮ ਆਦਮੀ ਪਾਰਟੀ ਨੂੰ ਜ਼ਰੂਰ ਖਤਰਾ ਹੋਏਗਾ। ਕਿਉਂ ਨਹੀਂ ਖਤਰਾ ਹੋਏਗਾ? ਉਹਦਾ ਵੀ ਸਭ ਕੁਝ ਦਾਅ ਤੇ ਲੱਗਾ ਕਿ ਉਹ 92 ਸੀਟਾਂ ਲੈ ਕੇ ਜਿਹੜੀ ਸਰਕਾਰ ਬਣਾਉਂਦੀ ਤੇ 3 ਮਹੀਨਿਆਂ ਬਾਅਦ ਹੀ ਉਹਦੇ ਕਿਲੇ ਦੇ ਵਿੱਚੋਂ ਇੱਕ ਮਹੱਤਵਪੂਰਨ ਇੱਟ ਨਿਕਲ ਜੇ ਤਾਂ ਉਸ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੁਲਾਰਾ ਹੀ ਕੋਈ ਨਾ ਰਵੇ ਤਾਂ ਕੁਦਰਤੀ ਤੌਰ ਤੇ ਫਰਕ ਤਾਂ ਫਿਰ ਉਹਨਾਂ ਨੂੰ ਵੀ ਪੈਂਦਾ। ਉਹਨਾਂ ਵਾਸਤੇ ਵੀ ਕਰੋ ਤੇ ਮਰੋ ਦੀ ਜਿਹੜੀ ਸਥਿਤੀ ਹੈਗੀ ਆ। ਸੋ ਇਹ ਸਾਰੇ ਆਸਪੈਕਟ ਨੇ, ਹਰ ਬੰਦਾ ਇਸ ਲੜਾਈ ਦੇ ਵਿੱਚ ਆਪੋ ਆਪਣਾ ਹੀਲਾ ਵਸੀਲਾ ਤਾਂ ਵਰਤੂਗੇ ਜੀ। ਹਾਂ ਬਿਲਕੁਲ ਸਰ, ਬਿਲਕੁਲ ਜੀ। ਸੋ ਜਿਵੇਂ ਅੱਜ ਕਾਂਗਰਸ ਦੀ ਗੱਲ ਕੀਤੀ ਹੈ, ਕਾਨਫਰੰਸ ਕਰਦੇ ਨਜ਼ਰ ਆਏ ਨੇ, ਹਮਲਾਵਰ ਰੁਖ ਦੇ ਵਿੱਚ ਨੇ, ਲੇਕਿਨ ਦੂਸਰੇ ਪਾਸੇ ਕਾਂਗਰਸ ਵੱਡੀ ਮੁਸ਼ਕਿਲ ਦੇ ਵਿੱਚ ਇੱਕ ਵਾਰ ਫਿਰ ਤੋਂ ਘਿਰਦੀ ਨਜ਼ਰ ਆ ਰਹੀ ਹੈ। ਜੰਗਲਾਤ ਵਿਭਾਗ ਦੇ ਵਿੱਚ ਕਰਪਸ਼ਨ ਮਾਮਲੇ ਦੇ ਉੱਪਰ ਅਜੇ ਸਾਧੂ ਸਿੰਘ ਧਰਮਸੋਤ ਬਾਹਰ ਨਹੀਂ ਆਏ, ਹੋਰ ਮੰਤਰੀ ਵੀ ਰਡਾਰ ਤੇ ਆ ਚੁੱਕੇ ਨੇ ਵਿਜੀਲੈਂਸ ਦੇ। ਤੇ ਦੂਸਰੇ ਪਾਸੇ ਇੱਕ ਵੱਡਾ ਘਪਲਾ ਅੱਜ ਸਾਹਮਣੇ ਆਇਆ ਹੈ ਖੇਤੀਬਾੜੀ ਵਿਭਾਗ ਦੇ ਵਿੱਚ। ਸੋ ਕਾਂਗਰਸ ਦੇ ਸ਼ਾਸਨ ਕਾਲ ਦੇ ਦੌਰਾਨ ਇੱਕ ਵੱਡਾ ਘਪਲਾ ਆਇਆ ਸੀ ਜਿਹੜਾ ਅੱਜ ਉਜਾਗਰ ਹੋਇਆ ਹੈ। ਉਸ ਦੇ ਵਿੱਚ ਵੀ ਹੁਣ ਕਿਹੜੇ ਆਪਾਂ ਕਹਿ ਸਕਦੇ ਹਾਂ ਵੱਡੇ ਲੀਡਰ ਜਾਂ ਵੱਡੇ ਅਧਿਕਾਰੀ ਰਡਾਰ ਤੇ ਆ ਸਕਦੇ ਨੇ, ਤੇ ਪੂਰਾ ਮਾਮਲਾ ਕੀ ਸੀਗਾ ਜਿਸ ਦੇ ਵਿੱਚ 1178 ਕਰੋੜ ਰੁਪਏ ਦਾ ਘਪਲਾ ਹੋਇਆ ਜੀ? ਅਗਰ ਪੂਰਾ ਮਾਮਲਾ ਕੀ ਸੀ ਖੇਤੀਬਾੜੀ ਡਿਪਾਰਟਮੈਂਟ ਦਾ? ਲਖਵਿੰਦਰ, ਪਤਾ ਨਹੀਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਦੋਂ ਤੋਂ ਲੈ ਕੇ ਜਦੋਂ ਅਸੀਂ ਵੇਖੀਏ ਪਿਛਲੀ ਕਾਂਗਰਸ ਸਰਕਾਰਾਂ, ਕਦੇ ਅਕਾਲੀ ਸਰਕਾਰਾਂ, ਇਸ ਦਾ ਮਤਲਬ ਆ ਕਿ ਇਹ ਸਰਕਾਰਾਂ, ਇਹ ਐਮਐਲਏ ਇੰਨੀ ਵੱਡੇ ਪੱਧਰ ਤੇ ਲੁੱਟਮਾਰ ਕਰਦੇ ਰਹੇ ਆ ਕਿ ਜਿਹਦਾ ਕੋਈ ਹਿਸਾਬ ਕਿਤਾਬ ਵੀ ਕੱਖ ਨਹੀਂ ਰਿਹਾ। ਭਾਵੇਂ ਅਕਾਲੀਆਂ ਦੀ ਸਰਕਾਰ ਹੋਵੇ ਤੇ ਭਾਵੇਂ ਕਾਂਗਰਸ ਦੀ ਹੋਵੇ, ਤੇ ਸ਼ਾਇਦ ਇਹ ਜਿਹੜੀਆਂ ਰਵਾਇਤੀ ਪਾਰਟੀ ਨੂੰ ਇਸੇ ਕਰਕੇ ਹੀ ਭਗਵੰਤ ਮਾਨ ਦੁਖਦਾ ਪਿਆ ਕਿ ਇਹਦੇ ਭਗਵੰਤ ਮਾਨ ਮਤਲਬ ਸਰਕਾਰ ਸਾਡੇ ਪਤਰੇ ਨਾ ਖੋਲ ਲੇ। ਤਾਂ ਹੁਣ ਤਾਂ ਇਹੋ ਜਿਹੀ ਸਥਿਤੀ ਬਣ ਗਈ ਆ ਕਿ ਭਗਵੰਤ ਮਾਨ ਨੂੰ ਖੋਲਣ ਦੀ ਲੋੜ ਹੀ ਨਹੀਂ ਪੈ ਰਹੀ। ਆਪ ਹੀ ਕਾਂਗਰਸ ਦੇ ਮੰਤਰੀ ਜਿਹੜੇ ਦੱਸਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਕੀ ਕੁਝ ਹੋ ਰਿਹਾ ਤਾਂ ਜਾਂ ਕੀ ਕੁਝ ਬੀਤੇ ਦੌਰ 'ਚ ਹੁੰਦਾ ਰਿਹਾ। ਹੁਣ ਆਹ ਜਿਸ ਘਪਲੇ ਦੀ ਤੁਸੀਂ ਗੱਲ ਕਰ ਰਹੇ ਜੇ ਖੇਤੀਬਾੜੀ, ਇਹ ਬੜਾ ਮਹੱਤਵਪੂਰਨ, ਜਿਹੜਾ ਕਾਂਗਰਸ ਦੇ ਸਾਬਕਾ ਖੇਤੀਬਾੜੀ ਮੰਤਰੀ ਜਿਹੜੇ ਨੇ ਕਾਕਾ ਰਣਦੀਪ ਸਿੰਘ ਨਾਭੇ ਨੇ ਇਹ ਪੇਸ਼ ਕੀਤਾ ਉਭਾਰਤਾ ਤੇ ਇੱਕ ਵਾਰੀ ਸਾਰਿਆਂ ਲੋਕਾਂ ਨੂੰ ਜਿਹੜੇ ਪਸੀਨੇ ਲਿਆਤੇ। ਕਹਾਣੀ ਇਹਦੇ ਵਿੱਚ ਕੀ ਆ? ਕਹਾਣੀ ਇਹ ਆ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ, ਜਦੋਂ ਪਰਾਲੀ ਨੂੰ ਅੱਗ ਲਾਉਣੀ, ਕਣਕ ਦੇ ਨਾੜ ਨੂੰ ਅੱਗ ਲਾਉਣੀ, ਤਾਂ ਉਸ ਵਕਤ ਇਹ ਸਥਿਤੀਆਂ ਹੁੰਦੀਆਂ ਸੀ, ਵਿਰੋਧ ਹੁੰਦਾ ਹੈ ਕਿ ਕਿਸਾਨਾਂ ਨੂੰ ਅੱਗ ਨਹੀਂ ਲਾਉਣੀ ਚਾਹੀਦੀ, ਇਹਦਾ ਜਿਹੜਾ ਧੂੰਆਂ ਆ ਉਹ ਦਿੱਲੀ ਤੱਕ ਪਹੁੰਚਦਾ, ਦਿੱਲੀ ਨੂੰ ਪ੍ਰਭਾਵਿਤ ਕਰਦਾ। ਤਾਂ ਇਹਦੇ ਵਾਸਤੇ ਕੁਝ ਅਜਿਹਾ ਕੰਮ ਕੀਤਾ ਜਾਵੇ, ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ, ਤਾਂ ਉਹਨਾਂ ਨੂੰ ਕੋਈ ਮਸ਼ੀਨਰੀ ਦਿੱਤੀ ਜਾਵੇ, ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਜਿਹਦੇ ਨਾਲ ਕਿਸਾਨ ਇੱਕ ਜਿਹੜਾ ਅਸੀਂ ਕਹਿ ਸਕਦੇ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਇਹੋ ਜਿਹੀਆਂ ਮੰਗਾਂ ਜਿਹੜੀਆਂ ਉੱਠਦੀਆਂ ਰਹੀਆਂ। ਤਾਂ ਜੋ ਹੁਣ ਤੱਥ ਸਾਹਮਣੇ ਆਏ ਨੇ, ਇਸ ਵਾਸਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ
ਜਿਹੜੀ 2017 ਚ ਸਰਕਾਰ ਬਣਦੀ ਆ ਉਹਨੂੰ 1178 ਕਰੋੜ ਰੁਪਈਆ ਕਿਸਾਨਾਂ ਵਾਸਤੇ ਮਸ਼ੀਨਰੀ ਉਪਲਬਧ ਕਰਾਉਣ, ਕਿਸਾਨਾਂ ਨੂੰ ਮੁਆਵਜ਼ਾ ਦੇਣ ਤੇ ਹੋਰ ਉਹ ਸਾਰੀਆਂ ਸਹੂਲਤਾਂ ਰਹਿਣ ਖੂਨ ਜਿਹੜੀ ਫਸਲਾਂ ਦੀ ਆ ਉਹਨੂੰ ਨੇਪੜੇ ਖਾਉਣ ਵਾਸਤੇ ਇਹੋ ਜਿਹੀ ਮਸ਼ੀਨਰੀ ਖਰੀਦਣ ਵਾਸਤੇ 1178 ਕਰੋੜ ਰੁਪਈਆ ਜਿਹੜਾ ਉਹ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਕਿ ਤੁਸੀਂ ਇਹ ਕਿਸਾਨਾਂ ਨੂੰ ਦਿਓ। ਤੇ ਕਾਕਾ ਰਣਦੀਪ ਸਿੰਘ ਹੁਣੀ ਕਹਿੰਦੇ ਕਿ ਇਹ ਜਦੋਂ ਮੈਂ ਨਵਾਂ ਮੰਤਰੀ ਬਣਿਆ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਚ, ਤਾਂ ਮੈਂ ਜਦੋਂ ਉੱਥੇ ਵੇਖਿਆ ਤੇ ਕਹਿੰਦੇ ਮੈਂ ਆਪਣੇ ਸੈਕਟਰੀ ਜਿਹੜਾ ਸੀ ਉਹਨੂੰ ਇਹ ਗੱਲ ਪੁੱਛੀ ਲਿਖਤੀ ਤੌਰ ਤੇ, ਕਹਿੰਦਾ ਮੈਂ ਪੁੱਛੀ ਇਹ ਗੱਲ ਕਿ ਭਾਈ ਸਾਹਿਬ ਆਹ ਜਿਹੜਾ 1178 ਕਰੋੜ ਰੁਪਈਆ ਆਇਆ ਇਹ ਕਿੱਥੇ ਆ? ਤੇ ਕਹਿੰਦੇ ਉਹਦੇ ਕੋਲ ਕੋਈ ਜਵਾਬ ਹੀ ਨਹੀਂ ਦਿੱਤਾ ਗਿਆ। ਫਿਰ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਇਹਦਾ ਲਿਖਤੀ ਜਵਾਬ ਦੇ ਮੈਨੂੰ। ਹੁਣ ਤੁਸੀਂ ਵੇਖੋ ਹੈਰਾਨਗੀ ਦੀ ਗੱਲ ਕਿ ਮੰਤਰੀ ਆਪਣੇ ਸੈਕਟਰੀ ਨੂੰ ਪੁੱਛਦਾ ਪਿਆ, ਤਾਂ ਉਸ ਸੈਕਟਰੀ ਦੀ ਜ਼ਰੂਰਤ ਵੇਖੋ ਇੰਨੀ, ਉਹਨੇ ਕੋਈ ਵੀ ਜਵਾਬ ਜਿਹੜਾ ਆਪਣੇ ਮੰਤਰੀ ਨੂੰ ਨਹੀਂ ਦਿੱਤਾ ਕਿ ਇਹ 1178 ਕਰੋੜ ਰੁਪਈਆ ਆਇਆ। ਉਹ ਕਹਿੰਦਾ ਆਇਆ ਇੰਨਾ ਹੀ ਦੱਸਦੇ, ਕਹਿੰਦਾ ਇਹਦਾ ਜਵਾਬ ਹੀ ਨਹੀਂ ਉਹਨੇ ਦਿੱਤਾ ਜੀ। ਤਾਂ ਕਹਿੰਦਾ ਉਹਨੇ ਜਵਾਬ ਨਹੀਂ ਦਿੱਤਾ। ਕਹਿੰਦਾ ਫਿਰ ਮੈਂ ਇਹ ਪ੍ਰਸ਼ਨ ਇਹ ਜਿਹੜਾ ਕੁਐਸਚਨ ਸੀ ਮੈਂ ਚਰਨਜੀਤ ਸਿੰਘ ਚੰਨੀ ਕੋਲ ਜਾ ਕੇ ਖਾਇਆ ਕਿ ਮਹਾਰਾਜ ਇਹ ਵੇਖੋ ਕਿ ਇਹ ਕੀ ਹੋ ਰਿਹਾ। ਕਹਿੰਦਾ ਚਰਨ ਸਿੰਘ ਚੰਨੀ ਵੀ ਚੁੱਪ। ਤਾਂ ਕਹਿੰਦਾ ਫਿਰ ਕੈਬਨਿਟ ਦੀ ਮੀਟਿੰਗ, ਜਦੋਂ ਮੰਤਰੀ ਮੰਡਲ ਦੀ ਮੀਟਿੰਗ ਹੁੰਦੀ ਆ ਜਿੱਥੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੀ ਬੈਠਾ, ਓਪੀ ਸੋਨੀ ਵੀ ਬੈਠਾ, ਬ੍ਰਹਮ ਮਹਿੰਦਰਾ ਵੀ ਬੈਠੇ, ਤੇ ਕਹਿੰਦਾ ਉੱਥੇ ਜਾ ਕੇ ਮੈਂ ਇਹ ਗੱਲ ਕਹਿਣਾ ਕਿ ਇਹ ਜਿਹੜੇ 1178 ਕਰੋੜ ਰੁਪਇਆ ਆਇਆ ਇਹ ਕਿੱਥੇ ਖਰਚ ਹੋਇਆ, ਕਿੱਥੇ ਗਿਆ, ਇਹਦਾ ਕੋਈ ਪਤਾ ਨਹੀਂ ਲੱਗ ਰਿਹਾ। ਤਾਂ ਬੜੀ ਹੈਰਾਨੀ ਦੀ ਗੱਲ ਆ, ਕਹਿੰਦੇ ਮੰਤਰੀ ਮੰਡਲ ਦੇ ਵਿੱਚੋਂ ਵੀ ਕੋਈ ਵੀ ਵਿਅਕਤੀ ਕਾਕਾ ਰਣਦੀਪ ਸਿੰਘ ਨਾਭੇ ਦੀ ਇਸ ਗੱਲ ਦਾ ਜਵਾਬ ਨਹੀਂ ਦਿੰਦਾ, ਸਭ ਚੁੱਪ। ਹੁਣ ਤੁਸੀਂ ਇਹ ਵੇਖੋ ਕਿ ਜਿਹੜਾ ਸੈਕਟਰੀ ਆਪਣੇ ਮੰਤਰੀ ਨੂੰ ਨਹੀਂ ਜਵਾਬ ਦੇ ਰਿਹਾ, ਉਸ ਸੈਕਟਰੀ ਦੇ ਉੱਤੇ ਕਿਹਦਾ ਹੱਥ ਹੋਊਗਾ ਜੀ? ਬੜਾ ਵੱਡਾ ਪ੍ਰਸ਼ਨ। ਮੰਤਰੀ ਤੋਂ ਫਿਰ ਉੱਤੇ ਕੌਣ ਆ? ਫਿਰ ਉਸਦਾ ਹੀ ਹੱਥ ਹੋਏਗਾ। ਫਿਰ ਦੂਜੇ ਪਾਸੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜਾ ਕੇ ਜਦੋਂ ਪੁੱਛਦਾ ਕਿ ਹਾਂ ਭਾਈ ਦੱਸੋ, ਉੱਥੇ ਵੀ ਚਰਨਜੀਤ ਸਿੰਘ ਚੰਨੀ ਚੁੱਪ ਨੇ। ਚਲੋ ਇੱਥੋਂ ਤੱਕ ਗੱਲ ਨੂੰ ਖਤਮ ਕਰੋ, ਨਹੀਂ ਹੋਇਆ ਨਾ। ਕਾਕਾ ਰਣਦੀਪ ਸਿੰਘ ਕਹਿੰਦਾ ਫਿਰ ਮੈਂ ਚਿੱਠੀ ਲਿਖੀ ਆ। ਕਿਹਨੂੰ ਲਿਖੀ ਆ? ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਹੈ ਕਿ ਪ੍ਰਧਾਨ ਮੰਤਰੀ ਜੀ ਇਹ 1178 ਕਰੋੜ ਰੁਪਈਆ ਜਿਹੜਾ ਭੇਜਿਆ ਇਹ ਲੱਗਾ ਨਹੀਂ ਜੀ, ਇਹਦੀ ਕੋਈ ਜਾਂਚ ਕੋਈ ਵੇਖੋ। ਤੇ ਲਖਵਿੰਦਰ ਕਿੱਡੀ ਹੈਰਾਨਗੀ ਦੀ ਗੱਲ ਆ ਕਿ ਮੰਤਰੀ ਪੀਐਮਓ ਆਫਿਸ ਚਿੱਠੀ ਪਹੁੰਚਦੀ ਆ ਕਿਹੜੇ ਇੱਕ ਰਾਜ ਦੇ ਮੰਤਰੀ ਦੀ, ਤੇ ਪੀਐਮਓ ਆਫਿਸ ਵੀ ਉਹ ਚਿੱਠੀ ਨੂੰ ਚੁੱਪ ਕਰਕੇ ਨਾਪੜੇ ਦਾ ਉਹਦੇ ਸੰਬੰਧੀ ਕੋਈ ਗੱਲਬਾਤ ਹੀ ਨਹੀਂ। ਤੇ ਉਹ ਪ੍ਰਧਾਨ ਮੰਤਰੀ ਆਫਿਸ ਜਿਹੜਾ ਈਡੀ ਦੀ ਵਰਤੋਂ ਕਰਦਾ, ਜਿਹੜਾ ਸੀਬੀਆਈ ਦੀ ਵਰਤੋਂ ਕਰਦਾ। ਹੁਣ ਤੁਸੀਂ ਦੇਖ ਲਓ ਈਡੀ ਜਿਹੜੀ ਮਰਜ਼ੀ ਬਾਹਰ ਮਰੋੜ ਦਿੰਦੀ ਆ, ਸੁਖਪਾਲ ਸਿੰਘ ਖਹਿਰੇ ਦੀ ਮੂਰਤੀ, ਰਾਹੁਲ ਗਾਂਧੀ ਦੀ ਮਰੋੜਦੀ, ਕਿਸੇ ਦੀ ਮਰੋੜਦੀ, ਪਰ ਏਡੇ ਵੱਡੇ ਘਪਲੇ ਨੂੰ, ਏਡੇ ਵੱਡਾ ਜਿਹੜਾ ਪੈਸਾ ਆਇਆ ਕੇਂਦਰ ਸਰਕਾਰ ਦਾ, ਉਹ ਪੈਸੇ ਦੇ ਸੰਬੰਧੀ ਪ੍ਰਧਾਨ ਮੰਤਰੀ ਦਫ਼ਤਰ ਵੀ ਚੁੱਪਾ, ਕੋਈ ਸੰਸਥਾ ਨਹੀਂ। ਤਾਂ ਫਿਰ ਕਹਿਣ ਦਾ ਮਤਲਬ ਉਹ ਕਿਹੜੀ ਏਡੀ ਸ਼ਕਤੀਸ਼ਾਲੀ ਸਰਕਾਰ ਸੀ, ਕਿਹੜੀ ਸ਼ਕਤੀਸ਼ਾਲੀ ਉਹ ਸ਼ਖਸੀਅਤ ਸੀ ਜਿਹਦੇ ਪ੍ਰਭਾਵ ਸਰਕਾਰ ਪੀਐਮਓ ਆਫਿਸ ਵੀ ਕੋਈ ਕਾਰਵਾਈ ਨਹੀਂ ਕੀਤੀ, ਚਰਨਜੀਤ ਸਿੰਘ ਚੰਨੀ ਨੇ ਵੀ ਨਹੀਂ ਕੀਤੀ, ਉਹ ਵੀ ਚੁੱਪ। ਤੇ ਜੇਕਰ ਸਰ ਜੀ ਲਖਵਿੰਦਰ ਸਿੰਘ ਜੀ ਜੇਕਰ ਇਹ 1178 ਕਰੋੜ ਰੁਪਈਆ 10-10 ਕਰੋੜ ਵੀ ਇੱਕ ਵਿਧਾਇਕ ਨੂੰ ਦਿੱਤਾ ਜਾਂਦਾ, ਤਾਂ 117 ਵਿਧਾਇਕ ਨੇ, ਤਾਂ 10-10 ਕਰੋੜ ਵੀ ਦਿੱਤਾ ਜਾਂਦਾ ਤਾਂ ਵੀ ਉੱਪਰੋਂ 8-78 ਕਰੋੜ ਜਿਹੜਾ ਬਚ ਜਾਂਦਾ ਜੀ। ਪਰ ਕਿਸੇ ਨੇ ਵੀ ਕੋਈ ਜਵਾਬ ਨਹੀਂ। ਹੁਣ ਉਹ ਕਿਹੜਾ ਸ਼ਕਤੀਸ਼ਾਲੀ ਮੰਤਰੀ ਆ ਕਿ ਜਿਹਦੇ ਵਿਰੁੱਧ ਕਾਰਵਾਈ ਕਰਨ ਤੋਂ ਚਰਨਜੀਤ ਸਿੰਘ ਚੰਨੀ ਦੀ ਵੀ ਜ਼ਰੂਰਤ ਨਹੀਂ ਸੀ, ਜਿਹਦੇ ਵਿਰੁੱਧ ਮੁੱਖ ਮੰਤਰੀ ਮਾਫ ਕਰਦਾ ਪ੍ਰਧਾਨ ਮੰਤਰੀ ਆਫਿਸ ਵੀ ਕੋਈ ਨਹੀਂ ਚਾਹੁੰਦਾ, ਤਾਂ ਉਹ ਫਿਰ ਕਿਹੜਾ ਸ਼ਖਸੀਅਤ ਆ? ਉਹ ਸ਼ਖਸੀਅਤ ਫਿਰ ਤਾਂ ਇੱਕੋ ਹੀ ਬਚਦੀ ਆ ਕਿ ਕੈਪਟਨ ਅਮਰਿੰਦਰ ਸਿੰਘ, ਜਿਹੜੇ ਕਿਸੇ ਸਮੇਂ ਕਾਂਗਰਸ ਚ ਰਹਿ ਕੇ ਭਾਜਪਾ ਦੇ ਵਿਰੁੱਧ ਕਦੇ ਨਹੀਂ ਸੀ ਬੋਲਦੇ ਤੇ ਨਾ ਹੀ ਮੋਦੀ ਬੋਲਦੇ ਸੀ। ਤੇ ਜਦੋਂ ਫਿਰ ਕਾਂਗਰਸ ਉਹਨਾਂ ਨੂੰ ਕਿਨਾਰਾਕਸ਼ੀ ਕਰ ਦਿੰਦੀ ਆ, ਉਦੋਂ ਤੱਕ ਮਾਰ ਸ਼ਖਸ਼ਕਾ ਲਿਆਇਆ ਹੁੰਦਾ, ਤਾਂ ਉਸ ਤੋਂ ਤੱਕ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਜਿਹੜੀ ਉਸਾਰੀ ਵੀ ਹੋ ਚੁੱਕੀ ਹੁੰਦੀ ਆ, ਤੇ ਪੰਜਾਬ ਲੋਕ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਗੱਠਜੋੜ ਵੀ ਕਰ ਲਿਆ ਹੁੰਦਾ ਉਹਨਾਂ ਨੇ, ਤੇ ਚੋਣਾਂ ਦਾ ਐਲਾਨ ਵੀ ਕਰ ਲਿਆ ਹੁੰਦਾ। ਤੇ ਸ਼ਾਇਦ ਇਸੇ ਹੀ ਕਾਰਨ ਪ੍ਰਧਾਨ ਮੰਤਰੀ ਆਫਿਸ ਜਿਹੜਾ ਆ ਪੀਐਮਓ ਆਫਿਸ ਕੈਪਟਨ ਅਮਰਿੰਦਰ ਸਿੰਘ ਜਾਂ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਜਿਹਦੇ ਉੱਤੇ ਸਭ ਚੱਲਦੀਆਂ ਸੀ, ਉਹਦੇ ਵਿਰੁੱਧ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ, ਨਾ ਹੀ ਕਾਰਵਾਈ ਕਰਨ ਦੀ ਉਹਨੇ ਲੋੜ ਸਮਝੀ। ਤੇ ਚਰਨਜੀਤ ਸਿੰਘ ਚੰਨੀ ਨੂੰ ਵੀ ਪਤਾ ਸੀ ਕਿ ਇਹ ਸਾਰੇ ਮਸਲੇ ਦੇ ਪਿੱਛੇ ਕਿਹੜੀ ਏਡੀ ਵੱਡੀ ਸ਼ਖਸੀਅਤ ਆ ਜਿਹਦੇ ਨਾਲ ਭਾਰਤ ਸਰਕਾਰ ਜਾਂ ਪੀਐਮਓ ਆਫਿਸ ਵੀ ਪੂਰਨ ਤੌਰ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ, ਤਾਂ ਫਿਰ ਚਰਨਜੀਤ ਸਿੰਘ ਚੰਨੀ ਕੀ ਕਰ ਸਕਦਾ ਸੀ? ਸੋ ਕਹਿਣ ਦਾ ਅਰਥ ਇਹ ਆ ਕਿ ਇੱਕ ਘੁਟਾਲਾ 1178 ਕਰੋੜ ਦਾ, ਉਹ ਪੈਸਾ ਗਿਆ ਕਿੱਥੇ?
ਆਇਆ ਖੇਤੀਬਾੜੀ ਮਹਿਕਮੇ 'ਚ ਪੈਸਾ ਹੁੰਦਾ, ਗਿਆ ਕਿੱਥੇ ਪੈਸਾ? ਵਾਪਸ ਨਹੀਂ ਗਿਆ, ਖਰਚਾ ਕਿੱਥੇ ਗਿਆ? ਤੇ ਪਤਾ ਵੀ ਸਾਰਿਆਂ ਨੂੰ, ਪਰ ਬੋਲਦਾ ਵੀ ਕੋਈ ਨਹੀਂ। ਤਾਂ ਫਿਰ ਇਹਦੀਆਂ ਜਿਹੜੀਆਂ ਤੰਦਾਂ ਨੇ ਇਹ ਕਿੱਥੇ ਜਾ ਕੇ ਜੁੜਦੀਆਂ? ਉਸ ਸ਼ਕਤੀਸ਼ਾਲੀ ਬੰਦੇ ਨਾਲ ਜੁੜਦੀਆਂ ਨੇ ਜਿਹੜਾ ਬੰਦਾ ਉਸ ਵੇਲੇ ਇੱਕ ਮੁੱਖ ਮੰਤਰੀ ਵੀ ਹੋਊਗਾ, ਪਰ ਕੇਂਦਰ ਸਰਕਾਰ ਉਹਦੇ ਵਿਰੁੱਧ ਕਾਰਵਾਈ ਕਦੀ ਨਹੀਂ ਕੀਤੀ, ਨਾ ਉਸ ਨੂੰ ਮਾੜਾ ਕਿਹਾ। ਔਰ ਉਸ ਤੋਂ ਮਗਰੋਂ ਜਦੋਂ ਉਹ ਬੰਦਾ ਦੂਜੇ ਪਾਸੇ ਸ਼ਰੇਆਮ ਜਾ ਕੇ ਭਾਜਪਾ ਦਾ ਲੜ ਫੜ ਲੈਂਦਾ, ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ, ਤਾਂ ਭਾਜਪਾ ਸ਼ਾਇਦ ਉਹਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀ ਕਿ ਠੀਕ ਆ, ਆਪਣਾ ਬੰਦਾ, ਜਿਸ ਤਰ੍ਹਾਂ ਭਾਜਪਾ ਦੀ ਰਾਜਨੀਤੀ ਹੈਗੀ। ਸੋ ਇਹ ਜਿਹੜਾ ਪੈਸਾ 1178 ਕਰੋੜ ਆਇਆ ਸੈਂਟਰ ਸਰਕਾਰ ਦੇ ਜਿਹੜਾ ਭੇਜਿਆ, ਤੇ ਜਿਹਦੇ ਸੰਬੰਧੀ ਕੇਂਦਰ ਸਰਕਾਰ ਵੀ ਚੁੱਪ, ਪੰਜਾਬ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਚੁੱਪ, ਚਰਨਜੀਤ ਸਿੰਘ ਚੰਨੀ ਵੀ ਚੁੱਪ। ਇਸ ਦਾ ਮਤਲਬ ਫਿਰ ਉਹ ਪੈਸਾ ਕਿਸਨੇ ਖਾਧਾ, ਕਿੱਥੇ ਵੰਡਿਆ ਗਿਆ, ਕੀ ਹੋਇਆ? ਤੇ ਫਿਰ ਇਹਨਾਂ ਦਾ ਗੱਲਾਂ ਦਾ ਹਿਸਾਬ ਜਿਹੜਾ ਇਹ ਲੋਕਾਂ ਦੇ ਸਾਹਮਣੇ ਜ਼ਰੂਰ ਹੋਣਾ ਚਾਹੀਦਾ। 1178 ਕਰੋੜ ਕੋਈ ਛੋਟੀ ਰਕਮ ਨਹੀਂ ਹੈ, ਤੇ ਇਹ ਰਕਮ ਏਡੀ ਹੈ ਕਿ ਕੋਈ ਇਕੱਲਾ ਵਿਅਕਤੀ ਵੀ ਡਕਾਰ ਨਹੀਂ ਸਕਦਾ। ਹਾਂ, ਜੇ ਕੋਈ ਡਕਾਰੂਗਾ ਤਾਂ ਫਿਰ ਉਸ ਅਹੁਦੇ ਦੇ ਹਿਸਾਬ ਨਾਲ ਖਾਊਗਾ ਕਿ ਜਿਸ ਨੂੰ ਕਿਸੇ ਚੀਜ਼ ਦਾ ਈਡੀ ਦਾ ਵੀ ਡਰ ਨਾ ਹੋਵੇ, ਜਿਸ ਨੂੰ CBI ਦਾ ਵੀ ਡਰ ਨਾ ਹੋਵੇ, ਤੇ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਡਰ ਵੀ ਨਾ ਹੋਵੇ, ਤੇ ਅਮਿਤ ਸ਼ਾਹ ਦਾ ਡਰ ਵੀ ਨਾ ਹੋਵੇ, ਤਾਂ ਫਿਰ ਉਹ ਬੰਦਾ ਹੈ ਕੌਣ? ਚਰਨਜੀਤ ਸਿੰਘ ਚੰਨੀ ਨੂੰ ਤਾਂ ਜਾਣ ਲੱਗਿਆ ਪ੍ਰਧਾਨ ਮੰਤਰੀ ਮੋਦੀ ਇਹ ਦਬਕਾ ਮਾਰ ਜਾਂਦੇ ਆ ਕਿ ਹਾਂ ਭਈ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਜਾਨ ਬਚਾ ਕੇ ਚੱਲਿਆ ਜੀ। ਕਦੇ ਉਹਨਾਂ ਨੇ ਉਸ ਮੁੱਖ ਮੰਤਰੀ ਵੱਲੋਂ ਤਾਂ ਸਾਬਕਾ ਮੁੱਖ ਮੰਤਰੀ ਵੱਲੋਂ ਕਦੇ ਕੋਈ ਗੱਲ ਨਹੀਂ ਕੀਤੀ ਕਿ ਜਿਹਦੇ ਰਾਜਕਾਲ ਦੇ ਵਿੱਚ ਇੰਨੇ ਪੈਸੇ ਆਏ, ਉਸ ਤੋਂ ਪਹਿਲਾਂ ਵੀ ਆਏ ਹੋਣਗੇ, ਸਾਨੂੰ ਨਹੀਂ ਪਤਾ। ਸਾਨੂੰ ਤਾਂ ਕੇਵਲ ਇਹ ਚਿੱਠੀ ਕਹਿ ਰਹੀ ਹੈ, ਜਿਹੜੀ ਕਾਕਾ ਰਣਦੀਪ ਸਿੰਘ ਨਾਭਾ ਦਾ ਬਿਆਨ ਦੱਸ ਰਿਹਾ, ਸਾਨੂੰ ਕੀ ਪਤਾ, ਉਹ ਹੀ ਦੱਸਦਾ ਪਿਆ। ਤੇ ਜਦੋਂ ਉਹਨਾਂ ਸਥਿਤੀਆਂ ਦਾ ਵਿਸ਼ਲੇਸ਼ਣ ਕਰਦੇ ਆ ਕਿ ਥੋੜੇ ਸਮੇਂ ਵਾਸਤੇ ਉਹ ਬੰਦਾ 3 ਮਹੀਨਿਆਂ ਵਾਸਤੇ ਮੰਤਰੀ ਬਣਦਾ, ਤਾਂ ਉਹ 1178 ਕਰੋੜ ਪੁੱਛਦਾ, ਚੰਨੀ ਨੂੰ ਪੁੱਛਦਾ, ਚੰਨੀ ਵੀ ਦੱਸਦਾ, ਕੋਈ ਵੀ ਨਹੀਂ ਦੱਸਦਾ। ਉਹਦਾ ਸੈਕਟਰੀ ਨੇ ਉਹਨੂੰ ਦੱਸਦਾ ਕਿ ਹਾਂ ਵੀ ਪੈਸੇ ਆਏ, ਕਹਿੰਦਾ ਇੰਨਾ ਹੀ ਦੱਸਦੇ ਪੈਸੇ ਆਏ ਆ, ਕਹਿੰਦਾ ਚੁੱਪ। ਤਾਂ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਇਹ ਕਾਂਗਰਸ ਪਾਰਟੀ ਜਿਹੜੀ ਕਹਿ ਰਹੀ ਆ ਕਿ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਦੀ ਆ, ਅਮਨ ਕਾਨੂੰਨ ਦੀ ਗੱਲ ਕਰਦੀ ਆ, ਇਸ ਤਰ੍ਹਾਂ ਦੀ ਗੱਲ ਕਰਦੀ ਆ, ਨੈਤਿਕਤਾ ਦੀ ਗੱਲ ਕਰਦੀ ਆ ਜੀ। ਭਾਈ ਸਾਹਿਬ, ਤੁਹਾਡੇ ਤੇ ਖੁਲਾਸੇ ਰੋਜ਼ ਦਿਨ ਬ ਦਿਨ ਹੋ ਰਹੇ ਨੇ, ਇਹ ਕਿਹੜੇ ਮੂੰਹ ਇਹਨਾਂ ਲੋਕਾਂ ਚ ਵਿਚਰਦੇ ਹੋਣਗੇ? ਜੇਕਰ ਇਹਦੇ ਤਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜਦੇ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਜੁੜਦੇ ਆ, ਤਾਂ ਇਸ ਦਾ ਮਤਲਬ ਉਦੋਂ ਉਹ ਹੁਣ ਜ਼ਰੂਰ ਕਿਸੇ ਹੋਰ ਪਾਰਟੀ ਚ ਹੋ ਸਕਦੇ, ਪਰ ਉਦੋਂ ਤਾਂ ਕਾਂਗਰਸ ਤੇ ਸੀ ਨਾ ਜੀ। ਉਦੋਂ ਫਿਰ ਕਾਂਗਰਸ ਪਾਰਟੀ ਕਿਉਂ ਨਾ ਹੁੰਦੀ? ਸੋ ਇਹ ਜੇ ਘਟਾਲੇ ਜਿਹੜੇ ਜੇ ਹੋਰ ਹੋਣਗੇ, ਇੱਕ ਅੱਧਾ ਘਟਾਲਾ ਕੱਲ ਨੂੰ ਵੀ ਕੱਢਾਂਗੇ ਆਪਾਂ, ਉਹ ਵੀ ਸਾਡੇ ਤੱਕ ਕੁਝ ਕਾਗਜ਼ ਪਹੁੰਚੇ ਨਹੀਂ, ਅਨਅਧਿਕਾਰਤ ਕਲੋਨੀਆਂ ਦੱਸੂਗੀ। ਸੋ ਇਹੋ ਜਿਹੀ ਕਰਪਸ਼ਨ ਜਿਹੜੀ ਆ, ਇਹ ਕਿਸੇ ਵੀ ਰਾਜ ਦੇ ਤਰੱਕੀ ਵਾਸਤੇ ਨਹੀਂ, ਇਹ ਡੋਬਣ ਵਾਸਤੇ ਹੀ ਆ। ਤੇ ਸ਼ਾਇਦ ਈਡੀ ਨੂੰ ਵੀ, ਰਾਹੁਲ ਗਾਂਧੀ ਵੀ ਹੁਣ ਇਹੋ ਜਿਹੇ ਸਕੰਜੇ ਚ ਫਸਦੇ ਜਾ ਰਹੇ ਆ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਕਿਹੜੇ ਪਾਸੇ ਜਾਂਦੀ ਜੀ। ਬਿਲਕੁਲ ਜੀ, ਵੀ ਆਉਣ ਵਾਲਾ ਸਮਾਂ ਕਾਂਗਰਸ ਲਈ ਹੋਰ ਵੀ ਮਾੜਾ ਹੋਣ ਵਾਲਾ ਹੈ। ਚਾਹੇ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਨੂੰ ਛੱਡ ਚੁੱਕੇ ਨੇ, ਲੇਕਿਨ ਜਿਸ ਵੇਲੇ ਦਾ ਇੱਕ ਘਪਲਾ ਤੇ ਜਿਹਦੇ ਵਿੱਚ ਤੁਸੀਂ ਸਿੱਧਮ ਸਿੱਧਾ ਇਹ ਕਹਿ ਰਹੇ ਹੋ ਵੀ ਤਾਰਾਂ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਜੋ ਕਿ ਵੱਡਾ ਘੁਟਾਲਾ ਸੀ 1178 ਕਰੋੜ ਰੁਪਏ ਦਾ। ਸੋ ਕਾਂਗਰਸ ਦੇ ਲਈ ਸਮਾਂ ਮੁਸ਼ਕਲ ਹੋਣ ਵਾਲਾ, ਤੇ ਨਾਲ ਹੀ ਨਾਲ ਸਮਾਂ ਮੁਸ਼ਕਲ ਹੋਣ ਵਾਲਾ ਹੈ ਕੈਪਟਨ ਅਮਰਿੰਦਰ ਸਿੰਘ ਦਾ, ਕਿਉਂਕਿ ਉਹ ਵੀ ਹੁਣ ਹੋ ਸਕਦਾ ਆਪਣੇ ਸਾਥੀਆਂ ਦੇ ਨਾਲ ਸੈਰਾਂ ਕਰਦੇ ਨਜ਼ਰ ਆਉਣਗੇ, ਜਿਵੇਂ ਕਿ ਪਹਿਲਾਂ ਸਾਧੂ ਸਿੰਘ ਧਰਮਸੋਤ, ਕਿਉਂਕਿ ਬੜੇ ਕਰੀਬੀ ਨੇ, ਉਹਨਾਂ ਦੇ ਕੋਲ ਵੀ ਹੋ ਸਕਦਾ ਪਹੁੰਚ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਸ ਤਰੀਕੇ ਦੇ ਨਾਲ ਵੱਡੇ ਘੁਟਾਲੇ ਦੇ ਖੁਲਾਸੇ ਹੋਣ ਲੱਗੇ ਨੇ। ਸੁਣਕੀ ਸਰ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਉਹਨਾਂ ਕਾਰਨਾਂ ਦੇ ਬਾਰੇ ਜਿਹੜੇ ਕਿ ਅੱਜ ਸੰਗਰੂਰ ਜਿਮਨੀ ਚੋਣ ਦੇ ਵਿੱਚ ਘੱਟ ਵੋਟਿੰਗ ਦੇ ਲਈ ਕਹਿ ਸਕਦੇ ਹਾਂ ਵੀ ਕਿਹੜੇ ਕਾਰਨ ਸੀ ਜਿਹਦੇ ਕਰਕੇ ਵੋਟਿੰਗ ਹੀ ਨਹੀਂ ਹੋ ਸਕੀ, ਤੇ ਦੂਸਰਾ ਵੱਡੇ ਘਪਲੇ ਦੀ ਵੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ, ਜਿਸ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਵੀ ਸਾਹਮਣੇ ਆ ਸਕਦੀ ਹੈ। ਸੋ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।